पहला सूरमा कौन है? संत। ते संत तो मुराद ये है भी जिन्हें हरी दे रंग विच रंग के अपने आप नूं माला लैके बंदगी करके नितनेम करके चौंकड़े मार के पंजां नूं ढा लिया। ते पंजां च एक मोह भी है। ते जदों माला दे मणकियां ने उस टकसाल दे विद्यार्थी नूं संत बना दिता, संत जरनैल सिंह बना दिता, ते मोह जित्तिया सी। फिर भावें बीबी इंदिरा 1.5 लाख का घेरा पवा दवे, भावें 10 लाख का पवा दवे, फिर परवाह कोई नहीं है, क्योंकि मोह है नहीं है ना परिवार का ना शरीर का। फिर लखां की आबादी भी है, मैं मिट्टी का ढेर ही लगती है, ते वो लड़ सकता है। पहला संत बनया, फिर सिपाही की उपाधि माणी है। संत बन गया, मोह जित लिया, फिर तलवार लैके मैदाने जंग विच नचिया है, क्योंकि तन का मोह नहीं सी। भाई ईसर सिंह की उम्र छोटी है, भाई इंद्रजीत सिंह भी बच्चे ने, माता प्रीतम कौर जवानी विच है, ते बाबा जरनैल सिंह की 37 वरे उम्र है। इस उम्र दे विच घर वाली है, छोटे छोटे बच्चे ने, जायदाद है, घर बाहर है, मोह ही है नहीं। सानू उन्हां दा मोह सताउंदा पिछे। याद रखियो दलेरी ठीक है भी कल्ले ना कल्ला इत्थे कोई भी लड़ सकदा, जिहड़ा नितनेम नाम ही करदा होवे। नितनेम नाम ही करदा होवे ते कल्ला 5-7 नाल लड़ सकदा भी बड़ा दलेर है। पर जिथे 10-10 लाख दे घेरे पैंदे ने, उत्थे वड्डे वड्डे दलेर मैं चड्डियां 'च पूछ लैके भजदे वेखे ने। उत्थे ਉਹ ਹੀ ਖਲੋਂਦਾ है जिन्हें मोह नूं जित्तिया होवे। उत्थे ਉਹ ਹੀ ਖਲੋਂਦਾ है जिन्हें माला दे मणकियां दे नाल विकारां नूं जित्तिया होवे। ते फिर भावें लखां दा घेरा पै जावे। उस फारसी दे आलम दा फरमान है, जिस रन में लड़ा बेसरो समान लड़ा तू। एक मुसलमान कलगीधर पातशाह बारे लिखदा है, तेरे विच इन्नियां बरकतां सन भी मुट्ठी पर फौजां, मुट्ठी पर सिखां नूं लैके जंग दा कोई साजो समान भी नहीं है, लखां ते हावी पै जांदा रिहा। ते फिर जिहड़े उहदे चेले बालके ने, ਉਹਦੇ ਚਰਨਾਂ ਦੇ ਭੌਰੇ ਨੇ, ਬਾਬਾ ਜਰਨੈਲ ਸਿੰਘ ਵਰਗੇ ਸ਼ੇਰਾਂ ਦੀ ਸ਼ਰਨ ਰਹਿਣ ਵਾਲੇ ਸ਼ੇਰ ਹੀ ਬਣ ਜਾਂਦੇ ਨੇ। ਉਹਨਾਂ ਨੂੰ ਲੱਖਾਂ ਦੇ ਘੇਰੇ ਦਾ ਕਾਹਦਾ ਡਰ ਹੈ? ਖੈਰ ਪਹਿਲਾਂ ਸੰਤ ਬਣੇ ਤੇ ਫਿਰ ਸਿਪਾਹੀ ਬਣੇ। ਹੁਣ ਤੁਸੀਂ ਇੱਥੇ ਸ਼ਹੀਦਾਂ ਸਤਪੁਰਸ਼ਾਂ ਦੀ ਯਾਦ ਵਿੱਚ ਬੈਠੇ ਹੋ। ਇਹ ਕਤਾਰ ਬੜੀ ਲੰਮੀ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਇਹ ਲੰਮੀ ਕਤਾਰ ਹੈ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਇਹ ਬੜੀ ਲੰਮੀ ਲੜੀ ਹੈ ਔਰ ਇਹਨਾਂ ਵਿੱਚ ਸਿੰਘ ਵੀ ਨੇ ਤੇ ਸਿੰਘਣੀਆਂ ਵੀ ਨੇ। ਪਰ ਮੈਂ ਸੋਚਦਾ ਵੀ ਇਹ ਜਿਹੜੀ 9.5-10 ਲੱਖ ਦੇ ਕਰੀਬ ਕੁਰਬਾਨੀ ਹੈ, ਸਾਡੇ ਤੇ ਕੰਡਾ ਚੁੱਭ ਜਾਵੇ ਤੇ ਸਾਰਾ ਟੱਬਰ ਡਾਕਟਰ ਲੱਭਦਾ ਫਿਰਦਾ ਹੈ। ਇੰਨੀਆਂ ਕੁਰਬਾਨੀਆਂ ਸਿੱਖ ਜਗਤ ਦੇ ਅੰਦਰ, ਇਹਨਾਂ ਨੂੰ ਡਰ ਨਹੀਂ ਕਿਸੇ ਦਾ। ਡਰ ਇਹਨਾਂ ਨੂੰ ਤਾਂ ਨਹੀਂ ਹੈ ਵੀ ਇਹ ਜਾਣਦੇ ਨੇ ਜਿਹਦਾ ਵੀ ਮੈਦਾਨੇ ਜੰਗ ਵਿੱਚ ਸਿਰ ਲੈ ਜਾਵੇ ਜਾਂ ਮਕਤਲ ਦੇ ਵਿੱਚ, ਸਾਕੇ ਦੇ ਵਿੱਚ ਸਿਰ ਲੈ ਜਾਵੇ, ਕਿੱਥੇ 84 ਦਾ ਗੇੜ ਖਤਮ ਹੋ ਕੇ ਜਨਮਾਂ ਜਨਮਾਂਤਰਾਂ ਦੀ ਬੰਦਗੀ ਕਰਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਗ੍ਹਾ ਮਿਲਦੀ ਹੈ। ਮੈਦਾਨੇ ਜੰਗ ਵਿੱਚ ਇੱਕ ਵਾਰ ਲੱਗ ਗਿਆ, ਸਿਰ ਲੈ ਗਿਆ ਤੇ ਸਿੱਧੀ ਕਲਗੀਧਰ ਦੀ ਗੋਦ ਮਿਲਦੀ ਹੈ, ਸਿੱਧਾ ਉੱਥੇ ਪਹੁੰਚ ਜਾਈਦਾ। ਬਾਣੀ ਵਿੱਚ ਸਾਫ਼ ਲਿਖਿਆ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬਾਬਾ ਨਾਨਕ ਕਹਿੰਦਾ ਵੀ ਜਿਹੜਾ ਤੇ ਸਿਰ ਤਲੀ ਤੇ ਰੱਖ ਕੇ ਆਵੇਗਾ, ਉਹਦੇ ਲਈ ਦਰਵਾਜ਼ਾ ਮੇਰਾ ਖੁੱਲ ਜਾਵੇਗਾ। ਮੇਰੀ ਗਲੀ ਵਿੱਚ ਉਹਨੂੰ ਪ੍ਰਵਾਨਗੀ ਹੈ। ਗੁਰੂ ਅਰਜਨ ਸਾਹਿਬ ਵੀ ਕਹਿ ਰਹੇ ਨੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਗੁਰੂ ਨਾਨਕ ਵੀ ਕਹਿ ਰਿਹਾ ਵੀ ਸਿਰ ਦੇਣਾ ਸਿੱਖ ਗਿਆ ਤੇ ਸੱਚਖੰਡ ਦੇ ਦਰਵਾਜ਼ੇ ਖੁੱਲ ਗਏ। गुरु अर्जन साहब कहते मरना सीख गया ते मेरे दर दे दरवाजे खुल गए। कलगीधर दे बारे ये जिक्र आउंदा है भी उहदे वर्गा दुनिया दे उत्ते कोई वली पैगंबर नहीं होया। परमात्मा दा ओ 10वां सरगुण स्वरूप ने। वो की कहते ने शहादत दे बारे ध्यान दिओ।
ਐਵੇਂ ਉਸ ਨੂੰ ਰੱਬ ਨਹੀਂ ਆਖਿਆ। ਵੇਖੋ ਇੰਨੀਆਂ ਬੇਅੰਤ ਸ਼ਹਾਦਤਾਂ ਹੋਈਆਂ, ਬੇਅੰਤ ਸਿੱਖੀ ਤੇ ਝੱਖੜ ਝੁੱਲੇ, ਬੇਅੰਤ ਤੂਫਾਨ ਆਏ, ਪਰ ਸਿੱਖੀ ਦਾ ਦੀਵਾ ਬੁਝਿਆ ਨਹੀਂ। ਔਰ ਇਹਨਾਂ ਤੂਫਾਨਾਂ ਦੇ ਵਿੱਚ ਕਈ ਗੁਰਮੁਖ ਪਿਆਰੇ ਸ਼ਹਾਦਤ ਦੀ ਅਵਧੀ ਦਾ ਮਾਣ ਪਾ ਗਏ। ਇਹ ਬੂਟਾ ਅੱਜ ਵੀ ਹਰਿਆ ਭਰਿਆ ਹੈ, ਸੁੱਖ ਦਾ ਕਿਉਂ ਨਹੀਂ ਹੈ? ਕਲਗੀਧਰ ਸੱਚੇ ਪਾਤਸ਼ਾਹ ਦੇ ਬਾਰੇ ਉਹ ਫਾਰਸੀ ਦਾ ਆਲਮ ਲਿਖਦਾ ਹੈ ਵੀ ਇਹ ਬੂਟਾ ਇਸ ਲਈ ਨਹੀਂ ਸੁੱਕਦਾ, ਧਿਆਨ ਦਿਓ, ਇਹਦੀਆਂ ਜੜ੍ਹਾਂ ਵਿੱਚ ਕੁਝ ਖਾਸ ਬਰਕਤਾਂ ਨੇ, ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਵਿੱਚ। ਉਹ ਲਿਖਦਾ ਹੈ ਵੀ ਜਦੋਂ ਸਾਰਾ ਪਰਿਵਾਰ ਵਿਛੜ ਗਿਆ ਨਾ, ਦੋ ਸਾਹਿਬਜ਼ਾਦੇ ਨਾਲ ਨੇ, ਭਾਈ ਦਇਆ ਸਿੰਘ ਨਾਲ ਨੇ, ਜਦੋਂ ਸਰਸਾ ਤੋਂ ਲੰਘੇ ਨੇ। ਹੁਣ ਕਿਸੇ ਦੀ ਚਵਾਨੀ ਡਿੱਗ ਪਵੇ ਤੇ ਆਪਾਂ ਮਿੱਟੀ ਫਰੋਲਦੇ ਆ, ਤੇ ਜਿਹਦੇ ਦੋ ਲਾਲ ਗਵਾਚ ਗਏ ਹੋਣ, ਮਾਤਾ ਨਹੀਂ ਲੱਭਦੀ, ਮਹਿਲ ਨਹੀਂ ਲੱਭਦੇ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨਹੀਂ ਲੱਭਦੀ। ਉਹਨੂੰ ਸਿੱਖਾਂ ਨੇ ਆਖਣਾ ਹੀ ਹੈ ਨਾ ਵੀ ਬਾਪੂ ਰੁਕ ਜਾ, ਲੱਭ ਲਈਏ। ਤੇ ਜਦੋਂ ਭਾਈ ਦਇਆ ਸਿੰਘ ਨੇ ਆਖਿਆ ਵੀ ਰੁਕੋ, ਸਾਹਿਬਜ਼ਾਦਿਆਂ ਨੂੰ ਲੱਭ ਲਈਏ, ਸਾਡੀ ਇਹ ਬੇਨਤੀ ਹੈ, ਤੇ ਉਹ ਫਾਰਸੀ ਦਾ ਆਲਮ ਲਿਖਦਾ ਹੈ ਵੀ ਬਾਪੂ ਆਖਣ ਲੱਗਾ, ਇਹ ਮੁਸਲਮਾਨ ਕਹਿ ਰਿਹਾ ਹੈ, ਤੁਹਾਡੇ ਗੁਰੂ ਦੀ ਵਡਿਆਈ ਇੱਕ ਮੁਸਲਮਾਨ ਕਰ ਰਿਹਾ ਹੈ। ਅੱਜ ਕੱਲ੍ਹ ਅਸੀਂ ਕਲਗੀਧਰ ਤੋਂ, ਕਲਗੀਧਰ ਦੀ ਬਾਣੀ ਤੋਂ ਬੜਾ ਨੱਕ ਮੂੰਹ ਚੜਾਉਂਦੇ ਆ, ਪਰ ਇਕਲੌਤਾ ਪੈਗੰਬਰ ਗੁਰੂ ਪੀਰ ਐਸਾ ਹੈ ਜਿਹਦੀ ਵਡਿਆਈ ਗੈਰ ਧਰਮਾਂ ਦੇ ਧੁਰੰਦਰ ਵਿਦਵਾਨਾਂ ਨੂੰ ਹੀ ਲਿਖਣੀ ਪੈ ਗਈ। ਨਹੀਂ ਤੇ ਕਦੇ ਕੋਈ ਹਿੰਦੂ ਵੀਰ ਸਿੱਖ ਗੁਰੂਆਂ ਦੀ ਵਡਿਆਈ ਲਿਖੇਗਾ, ਉਹਦੇ ਲਈ ਆਪਣੇ ਕ੍ਰਿਸ਼ਨ ਵਿਸ਼ਨ ਹੀ ਵੱਡੇ ਨੇ। ਕਦੇ ਕੋਈ ਸਿੱਖ ਹਿੰਦੂ ਜਗਤ ਦੇ ਦੇਵਤਿਆਂ ਦੀ ਵਡਿਆਈ ਲਿਖੇਗਾ, ਕਦੇ ਵੀ ਨਹੀਂ। ਸਾਡੇ ਲਈ ਸਾਡਾ ਗੁਰੂ ਨਾਨਕ ਹੀ ਸਭ ਤੋਂ ਵੱਡਾ, ਸਤਿਗੁਰੂ ਨਾਨਕ। ਤੇ ਇਸਲਾਮ ਜਗਤ ਦੇ ਵਿੱਚੋਂ ਕੌਣ ਹੈ ਜਿਹੜਾ ਮੁਹੰਮਦ ਨੂੰ ਵੱਧ ਕੇ ਕਲਗੀਧਰ ਬਾਰੇ ਲਿਖੇ? ਕੋਈ ਨਹੀਂ ਲਿਖੇਗਾ। ਪਰ ਕੇਵਲ ਗੁਰੂ ਗੋਬਿੰਦ ਸਿੰਘ ਦੀ ਐਸੀ ਹਸਤੀ ਹੋਈ ਹੈ ਵੀ ਜੇ ਮੁਸਲਮਾਨ ਨੇ ਵੀ ਕਲਮ ਚੁੱਕੀ ਹੈ ਤੇ ਉਹ ਕਹਿੰਦਾ ਵੀ 1.25 ਲੱਖ ਪੈਗੰਬਰ ਠੀਕ ਨੇ, ਸ਼ੋਭਨੀਕ ਨੇ, ਪਰ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਰੁਤਬਾ ਦਿਗਰ ਹੈ। ਉਹ ਸਾਫ਼ ਲਿਖਦਾ ਹੈ, ਉਹ ਕਹਿੰਦਾ ਹੈ ਕਰਤਾਰ ਕੀ ਸੌਗੰਧ ਹੈ, नानक की कसम है, जितनी भी हो तारीफ वो गोबिंद की कम है। सौ खा के कहना मैं करतार दी गुरु नानक दी, भी गुरु नानक दे 10वें जामे गुरु गोबिंद सिंह दी तारीफ 5 वक्त दा नमाजी हो के जोगी अल्लाह यार खां कहंदा मैं भी नहीं लिख पाउंदा, शाही मुक जांदी है, गुरु गोबिंद सिंह दे गुण नहीं मुकदे। मुसलमान कह रहा है, असीं ना उहनूं मन्नीए ना उहदी बाणी नूं मन्नीए। मुसलमान कह रहा है अपने भांडे सारे ही सलाउंदे ने, स्वाद उदों आउंदा जदों गवांढी साडे भांडे नूं सलाउण। ਉਹ ਮੁਸਲਮਾਨ ਵੀਰ ਲਿਖਦਾ ਹੈ ਵੀ ਕੁਝ ਕਿਣਕਾ ਡਿੱਗ ਪਵੇ, ਰੱਤੀ ਪਰ ਉਹਦੀ ਕੀਮਤ ਹੋਵੇ ਤੇ ਆਪਾਂ ਮਿੱਟੀ ਫਰੋਲਦੇ ਆ। ਇੱਥੇ ਹੱਥੀਂ ਪਾਲੇ 2 ਲਾਲ ਗਵਾਚ ਗਏ ਨੇ। हमने भी इस मुकाम पे जाना है जल्द तर, हमने भी इस मुकाम पे जाना है जल्द तर, जिस जगह पे तुमको अपने कटाने पड़ेंगे सर, होंगे शहीद लड़के बाकी के यह 2 पिसर, रह जाऊंगा अकेला कल तक लुटवा के अपना घर, पहले पिता कटवाया अब बेटे कटवाऊंगा, नानक का बाग खूनी जिगर से नहलाऊंगा। ਉਹ ਫਾਰਸੀ ਦਾ ਆਲਮ ਲਿਖਦਾ ਹੈ, ਕਹਿੰਦਾ ਦੇਖੋ, ਉਹ ਕਹਿੰਦਾ ਵੀ ਸਿੱਖੀ ਦਾ ਬੂਟਾ ਇਸ ਲਈ ਨਹੀਂ ਸੁੱਕ ਸਕਦਾ ਕਿਉਂਕਿ ਕਿਸੇ ਵੀ ਬੂਟੇ ਨੂੰ ਹਰਿਆਂ ਭਰਿਆਂ ਕਰਨ ਦੇ ਲਈ ਉਹਦੀਆਂ ਜੜ੍ਹਾਂ ਨੂੰ ਪਾਣੀ ਲਾਉਣਾ ਪੈਂਦਾ ਹੈ। ਪਰ ਕਲਗੀਧਰ ਨੇ ਸਿੱਖੀ ਦੇ ਬੂਟੇ ਨੂੰ ਹਰਿਆਂ ਭਰਿਆਂ ਰੱਖਣ ਦੇ ਲਈ ਪਹਿਲੇ ਪਿਤਾ ਕਟਵਾਇਆ, अब बेटे कटवाऊंगा, नानक का बाग खूनी जिगर से नहलाऊंगा। ये बूटा तां नहीं सुकेगा, लोग ते बूटा सुक ना जावे उहदियां जड़ां नूं पानी नाल सिंचदे ने। कलगीधर पातशाह कहंदे मैं सिੱਖੀ ਦੇ इस बूटे नूं हरियां भरियां रखण लई अपने बापू ते 4 ਸਾਹਿਬਜ਼ਾਦਿਆਂ ਦਾ ਇਹਦੀਆਂ जड़ां विच लहू पाया होया है, ये कदे भी सुक नहीं सकेगा। तूफान बड़े आए पर यह बूटा नहीं सुकिया।
ਔਰ ਉਹਨਾਂ ਤੂਫਾਨਾਂ ਦੇ ਦਰਮਿਆਨ ਮਾਵਾਂ ਨੂੰ ਆਪਣੇ ਪੁੱਤ ਗਵਾਉਣੇ ਪਏ। ਭੈਣਾਂ ਦੇ ਭਾਈ ਗਏ, ਕਿਸੇ ਦਾ ਪਿਤਾ ਗਿਆ, ਕਿਸੇ ਦਾ ਬਾਪੂ ਗਿਆ। ਔਰ ਜਿੱਥੇ ਜ਼ਿਕਰ ਆਉਂਦਾ ਹੈ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ। ਕਿਸੇ ਦੀ ਮਾਤਾ ਨੇ ਸ਼ਹਾਦਤ ਦੀ ਅਵਧੀ ਮਾਣੀ ਹੈ, ਮਾਤਾ ਗੁਜਰੀ ਵਾਂਗ। ਕਿਸੇ ਦੀ ਬੱਚੀ ਨੇ ਸ਼ਹਾਦਤ ਦੀ ਅਵਧੀ ਮਾਣੀ ਹੈ, ਕਿਸੇ ਦਾ ਪਤੀ ਸ਼ਹਾਦਤ ਦੀ ਅਵਧੀ ਮਾਣ ਗਿਆ ਹੈ। ਇਉਂ ਬੜਿਆਂ ਦੀਆਂ ਸ਼ਹੀਦੀਆਂ ਇਸ ਦਰਮਿਆਨ ਹੋਈਆਂ ਨੇ। ਪਰਿਵਾਰਾਂ ਦੇ ਪਰਿਵਾਰ ਉੱਜੜ ਗਏ। ਜਿਵੇਂ ਬਾਪੂ ਦੀ ਆਨੰਦਾਂ ਦੀ ਪੁਰੀ ਉੱਜੜੀ ਹੈ, ਇਉਂ ਕਈਆਂ ਨੇ ਆਪਣੇ ਪਰਿਵਾਰ ਬਾਰੇ ਹੱਸਦੇ ਵਸਦੇ ਸਿੱਖ, ਸੇਜਾਂ ਤੇ ਸੌਣ ਵਾਲੇ ਸਿੱਖ, ਕੰਡਿਆਂ ਤੇ ਲੇਟਣਾ ਪੈ ਗਿਆ। ਸਿੱਖੀ ਨਹੀਂ ਜਾਣ ਦਿੱਤੀ, ਸਿਰ ਨਹੀਂ ਝੁਕਾਇਆ, ਜਾਣ ਗਈ ਤੇ ਗਈ। ਇਹਨਾਂ ਸ਼ਹਾਦਤਾਂ ਦੀ ਲੰਮੀ ਕਤਾਰ ਦੇ ਵਿੱਚ ਜਦੋਂ ਸਿੱਖਾਂ ਨੇ ਫਿਰ ਸ਼ਸਤਰ ਚੁੱਕੇ, ਪਹਿਲਾਂ ਤੇ ਸ਼ਾਂਤਮਈ ਸ਼ਹਾਦਤਾਂ ਚੱਲਦਾ ਰਹੀਆਂ, ਫਿਰ ਇਹਨਾਂ ਨੂੰ ਕਹਿੰਦੇ ਜੀ ਇਹ ਅੱਤਵਾਦੀ ਨੇ। ਅੱਤ ਦਾ ਮਤਲਬ ਕੀ ਹੈ? ਅਧਿਕਤਾ, ਬਹੁਤਾਈ। ਅੱਤਵਾਦ ਦਾ ਮਤਲਬ ਕੀ ਹੈ? ਅੱਤ ਕੀ ਹੁੰਦੀ? ਜ਼ਿਆਦਤੀ, ਜ਼ੁਲਮ। ਤੇ ਵਾਦ ਕੀ ਹੈ? ਵਾਦੀ, ਝਗੜੇ ਕਰਨ ਵਾਲਾ, ਬਾਦ ਪਾਉਣ ਵਾਲਾ, ਝਗੜਾਲੂ। ਜਿਹੜਾ ਏਡਾ ਕਿ ਝਗੜਾਲੂ ਹੈ ਵੀ ਉਹਨੇ ਝਗੜਿਆਂ ਦੀ ਅੱਤ ਚੁੱਕੀ ਹੋਈ ਹੈ। ਤੇ ਮੈਂ ਕਈ ਵਾਰ ਪੁੱਛ ਲਵਾਂ ਵੀ ਸਾਨੂੰ ਸਿੱਖਾਂ ਨੂੰ ਅੱਤਵਾਦੀ ਕਿਉਂ ਕਹਿੰਦੇ ਜੇ? ਓਏ ਤੁਸੀਂ ਸ਼ਸਤਰ ਚੁੱਕੇ ਹੋਏ ਨੇ। ਤੇ ਮੈਂ ਕਈ ਵਾਰ ਸੋਚਦਾ ਨਾ ਵੀ ਤੁਹਾਡੇ ਕ੍ਰਿਸ਼ਨ ਹੁਣਾਂ ਨੇ ਕੀ ਚੁੱਕਿਆ ਸੀ, ਵੀ ਤੁਹਾਡੇ ਰਾਮ ਹੁਣਾਂ ਨੇ ਕੀ ਚੁੱਕਿਆ ਸੀ। ਉਹਨਾਂ ਸਰੋਪੇ ਤੇ ਨਹੀਂ ਸੀ ਹੱਥੀਂ ਫੜੇ, ਉਹਨਾਂ ਵੀ ਸ਼ਸਤਰ ਹੀ ਫੜੇ ਸੀ ਦੁਸ਼ਮਣਾਂ ਦੇ ਲਈ। ਮੈਂ ਕਈ ਵਾਰ ਹੈਰਾਨ ਰਹਿ ਜਾਣਾ ਵੀ ਇਹ ਉਸ ਸ਼ਸਤਰ ਹੱਥ ਵਿੱਚ ਵੇਖ ਕੇ ਕਹਿ ਰਹੇ ਨੇ ਇਹ ਅੱਤਵਾਦੀ ਨੇ। ਇਹਨਾਂ ਨੂੰ ਸ਼ਾਇਦ ਖਿਆਲ ਨਹੀਂ, ਜੇ ਕਲਗੀਧਰ ਪਾਤਸ਼ਾਹ ਇਹਨਾਂ ਸਿੰਘਾਂ ਦੇ ਹੱਥ ਵਿੱਚ ਇਹ ਸ਼ਸਤਰ ਨਾ ਦਿੰਦਾ ਤੇ ਆ ਜਿਹੜੀ ਧੋਤੀ ਬੋਦੀ ਤੇ ਜਨੇਊ ਹੈ 700 ਸਾਲ ਮੁਗਲਿਆ ਸਲਤਨਤ ਦੇ ਸੰਗਲਾਂ ਵਿੱਚ ਜਕੜਿਆ ਸੀ, ਕਦੇ ਵੀ ਆਜ਼ਾਦ ਨਾ ਹੁੰਦਾ। ਇਹ ਇਹਨਾਂ ਸ਼ਸਤਰਾਂ ਦੀ ਬਦੌਲਤ ਹੈ। ਤੇ ਕਲਗੀਧਰ ਨੂੰ ਪੁੱਛੋ ਵੀ ਸ਼ਸਤਰ ਫੜੀਦਾ ਕਦੋਂ ਹੈ? ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਬਲਾ ਚਾਰਗੀ ਦਰਮਿਆ ਆਮਦਮ, ਬਾ ਤਦਬੀਰ ਤੀਰੋ ਤੂੰ ਫੰਗ ਆਮਦਮ। ਕਹਿੰਦੇ ਜਦੋਂ ਮੈਂ ਲਾਚਾਰ ਹੋ ਗਿਆ, ਜਦੋਂ ਸਿਰੋਂ ਪਾਣੀ ਲੰਘ ਜਾਵੇ, ਜਦੋਂ ਪ੍ਰੇਮ ਦੀ ਭਾਸ਼ਾ ਦੁਸ਼ਮਣ ਸਮਝਣੀ ਛੱਡ ਦਵੇ, ਉਦੋਂ ਕਹਿੰਦੇ ਤਲਵਾਰ ਚੁੱਕਣੀ ਪੈਂਦੀ ਹੈ, ਉਦੋਂ ਤਲਵਾਰ ਹੱਥ ਵਿੱਚ ਲੈਣੀ ਪੈਂਦੀ ਹੈ। ਔਰ ਵਾਕਿਆ ਹੀ ਇਹ ਗੱਲ ਕਹਿ ਰਿਹਾ ਹੈ ਜੋਗੀ ਅੱਲਾ ਯਾਰ ਖਾਂ। ਕਹਿੰਦਾ ਵੀ ਜਦੋਂ ਘੇਰਾ ਪਿਆ ਨਾ ਆਨੰਦਾਂ ਦੀ ਪੁਰੀ ਨੂੰ, ਤੇ ਕਹਿੰਦਾ ਮੈਂ ਸੋਚਿਆ ਵੀ ਉਹ ਜੰਗ ਕਰਨ ਆਏ ਨੇ ਤੇ ਕਲਗੀਧਰ ਤਲਵਾਰ ਲੈ ਕੇ ਸਾਹਮਣੇ ਹੋ ਕੇ ਲੜੇਗਾ, ਜੰਗ ਕਰੇਗਾ। ਕਹਿੰਦੇ ਨਹੀਂ, ਉਹਨਾਂ ਦਾ ਇੱਕ ਬਸ਼ਿੰਦਾ ਅੰਦਰ ਆਇਆ ਹੈ ਵੀ ਤੁਸੀਂ ਆਨੰਦਾਂ ਦੀ ਪੁਰੀ ਛੱਡ ਦਿਓ, ਝਗੜਾ ਨਾ ਕਰੋ, ਤੁਸੀਂ ਨਾਨਕ ਨਿਰੰਕਾਰੀ ਫਕੀਰ ਦੇ ਤਖਤ ਦੇ ਮਾਲਕ ਹੋ, ਤੁਹਾਨੂੰ ਇਹ ਡਾਂਗਾਂ ਛੋਟੀਆਂ ਸ਼ੋਭਾ ਨਹੀਂ ਦਿੰਦੀਆਂ। ਉਹ ਲਿਖਦਾ ਹੈ ਵੀ ਉਸ ਬਸ਼ਿੰਦੇ ਨੂੰ ਵਾਕਿਆ ਹੀ ਕਲਗੀਧਰ ਨੇ ਇਹ ਆਖਿਆ ਹੈ, ਮਸ਼ਹੂਰ ਹੈ ਕਿ ਪਾਏ ਗਦਾ ਲੰਗ ਵੀ ਨਹੀਂ, ਮਸ਼ਹੂਰ ਹੈ ਕਿ ਪਾਏ ਗਦਾ ਲੰਗ ਵੀ ਨਹੀਂ, ਲੜਨੇ में आखन लगे मशहूर है कि पाए गदा लंग भी नहीं, अपने लिए खुदा की जमीन तंग भी नहीं, वरना इथे वार्निंग दे दी। कहते ठीक है, मैनू नंदा दी पुरी दा लालच नहीं छड़ देना है, इत्थे बड़ा खुदा दी जमीन बड़ा खलारा है, जिथे मर्जी डेरे ला लेने सादा ने। मशहूर है कि पाए गदा लंग भी नहीं, अपने लिए खुदा की ज़मीं तंग भी नहीं, लोगों से हमको आरज़ुए जंग भी नहीं, वरना कोई दालेरी में पासंग भी नहीं, मजबूर हो गए तो लड़ाई दिखाएंगे शेरों की फौज। आखन लगे एक गल दा ख्याल रखियो, शेरों की फौज कह दे तू कासिद जाती है, फौज ते है शेरां दी, ये मेरी फौज ते है शेरां दी। मजबूर हो गए तो लड़ाई दिखाएंगे, फिर तेगे खालसा की सफाई दिखाएंगे। हजे ते हैं फकीर मैं नानक दे तकदा, तां ही तुहानू प्रेम नाल जवाब दे रहा है। ते जे मजबूर हो गया, ये ना समझो भी माला पाई है साध, ते साध शायद लंगड़े हुंदे ने। कहते नहीं, ना जमीन दा कोई लालच है, मैं झगड़ा नहीं चाहता, खून नहीं बहाना चाहता, नंदा दी पुरी भी छड्ड देना, पर तुसीं फिर भी ना टले ते
जे फिर भी ना टले तो फिर तुहानू ये माड़ा वाले हत्थां नाल मैं तेग की सफाई विखावांगा भी मां गुजरी का दुलारा ऐसी तेग चलाउंदा है जिहदा कोई सानी दुनिया ते पैदा नहीं होया। मतलब है भी लड़ना नहीं चाहते और इसे करके आनंदपुर छड़ दिता गया, लड़ना नहीं चाहते। वो फिर पिछे आ गए ते जदों फिर पिछे आ गए फिर बापू कहता नहीं सिरों पानी लंघ गया। भला चारगी दरमिया आमदम बात तदबीर तीरो तुफंग आमदम, सिरों पानी लंघ गया। ਇਹਦਾ ਆਪਾਂ ਕੰਪੈਰੀਜ਼ਨ ਇਸ ਜੰਗ ਦਾ ਸੰਤ ਜਰਨੈਲ ਸਿੰਘ ਦੀ ਜੰਗ ਨਾਲ ਕਰਾਂਗੇ ਜੋ 84 ਵਿੱਚ ਹੋਈ ਹੈ। ਜਿਹੜੇ ਕਹਿ ਦਿੰਦੇ ਵੀ ਬਾਬਾ ਹਥਿਆਰ ਲਈ ਫਿਰਦਾ, ਬਾਬਾ ਅੱਤਵਾਦੀ ਹੈ, ਬਾਬਾ ਗੋਲੀਆਂ ਚਲਾਉਂਦਾ ਸੀ। ਸਾਨੂੰ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਵੀ ਜਦੋਂ ਘਰ ਕੋਈ ਆ ਕੇ ਪੈ ਗਿਆ ਸਿਰੋਂ ਪਾਣੀ ਲੰਘ ਗਿਆ ਫਿਰ ਸ਼ਸਤਰ ਚੁੱਕਣਾ ਪੈਣਾ ਹੈ। ਇਹ ਸ਼ਸਤਰ ਉਹ ਸਨ ਜਿਨ੍ਹਾਂ ਦੇ ਨਾਲ ਭਾਰਤ ਵਰਸ਼ ਨੂੰ ਆਜ਼ਾਦ ਕਰਵਾਇਆ ਸੀ। ਇਹ ਸ਼ਸਤਰ ਉਹ ਸਨ ਜਿਨ੍ਹਾਂ ਦੇ ਨਾਲ ਬੜੇ ਬੜੇ ਸ਼ਾਹਜਹਾਨ ਵਰਗੇ ਬੜੇ ਬੜੇ ਧੁਰੰਦਰ ਮਹਾਰਥੀਆਂ ਦੇ ਮੂੰਹ ਮੋੜੇ ਸਨ। ਇਹ ਸ਼ਸਤਰ ਉਹ ਸਨ ਜਿਨ੍ਹਾਂ ਦੇ ਨਾਲ ਔਰੰਗਜ਼ੇਬ ਅਤੇ 22 ਧਾਰੀਆਂ ਨੂੰ 14 ਜੰਗਾਂ ਵਿੱਚ ਮਾਤ ਦਿੱਤੀ ਗਈ ਸੀ। ਇਹ ਸ਼ਸਤਰ ਉਹ ਸਨ, ਇਹ ਧੋਤੀ ਤੇ ਬੋਦੀ ਵਾਲੇ ਤਖਤ ਤੇ ਫਿਰ ਬਹਿੰਦੇ ਨੇ ਜਿਨ੍ਹਾਂ ਨਾਲ ਖਾਲਸਾ ਪੰਥ ਨੇ 17 ਵਾਰ ਦਿੱਲੀ ਜਿੱਤੀ ਸੀ। ਇਹ ਸ਼ਸਤਰ ਉਹ ਸਨ ਜਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਤੇ ਬਘੇਲ ਸਿੰਘ ਹੁਣਾਂ ਨੇ ਦਿੱਲੀ ਜਿੱਤ ਕੇ ਉਦਾਂ ਹੀ ਠੋਕਰ ਮਾਰ ਕੇ ਛੱਡ ਦਿੱਤੀ ਸੀ। ਅਸੀਂ ਤੇ ਠੋਕਰ ਮਾਰੀ ਸੀ। ਤੋ ਜਿਹੜੇ ਗੁਜ਼ਾਰਾ ਕਰਦੇ ਸੀ ਜਨੇਊ ਦੇ ਧਾਰਨੇ ਵਾਲੇ ਉਹ ਅੱਜ ਉਸ ਤਖਤ ਤੇ ਬੈਠੇ ਹੋਏ ਨੇ, ਪਰ ਤਖਤ ਤੇ ਸਿੰਘਾਂ ਦਾ ਹੀ ਦਿੱਤਾ ਹੋਇਆ ਹੈ। ਇਹ ਤੇ ਤਖਤ ਉਹਨਾਂ ਨੂੰ ਇੱਕ ਵਾਰ ਮਿਲਿਆ ਸਿੱਖਾ। ਸਮੇਂ ਦਾ ਪਤਾ ਨਹੀਂ ਹੁੰਦਾ, ਸਮਾਂ ਆਉਂਦਾ ਜਾਂਦਾ ਰਹਿੰਦਾ ਹੈ, ਸਮੇਂ ਦਾ ਪਤਾ ਨਹੀਂ ਹੁੰਦਾ। ਇਹ ਪੰਥ ਕੋਈ ਮਾਮੂਲੀ ਨਹੀਂ ਹੈ। ਉਹਨਾਂ ਤੇ ਇੱਕ ਵਾਰ ਤਖਤ ਤੇ ਬਹਿ ਕੇ ਆਨੰਦ ਮਾਣਿਆ। ਇਹ ਸਿੰਘਾਂ ਨੇ 17 ਵਾਰ ਦਿੱਲੀ ਤਲਵਾਰ ਦੀ ਧਾਰ ਤੇ ਜਿੱਤੀ ਹੋਈ ਹੈ। खुरेंजी खल्क की कब हमको भाती है, शेरों की फौज कह दे तू कासिद जाती है। कलगीधर कहंदा मैनू लहू वहाउणा चंगा नहीं लगदा। फौज शेरां दी है, तुहानू गिदड़ लग रहे होणगे जांदे, पर जदों वाह पै गया ते तुहानू दसांगा भी इन्हां च ताकतां की ने। पर मैं लोकां नू इह नहीं विखाउणा भी नंदां दी पुरी दी धरती दा लालच है ते जमीन बदले बाबा लड़दा फिरदा है। ਇਹ ਉਹ ਸ਼ਸਤਰ ਨੇ ਜਿਨ੍ਹਾਂ ਨਾਲ ਭਾਰਤ ਆਜ਼ਾਦ ਹੋਇਆ ਸੀ। ਤੁਸੀਂ ਵੇਖੋਗੇ ਵੀ ਤਕਰੀਬਨ 121 ਫਾਂਸੀਆਂ ਨੇ। ਕਹਿੰਦੇ ਨਾ ਸ਼ਸਤਰ ਧਾਰਨ ਵਾਲੇ ਅੱਤਵਾਦੀ ਨੇ 121 ਫਾਂਸੀਆਂ ਨੇ। ਆ ਜਦੋਂ ਬਾਅਦ ਵਿੱਚ ਵੀ ਭਾਰਤ ਆਜ਼ਾਦ ਹੋਇਆ ਤੇ ਤਕਰੀਬਨ 93 ਫਾਂਸੀਆਂ ਸਿੱਖਾਂ ਨੇ ਦਿੱਤੀਆਂ ਨੇ। ਹੈ ਕੀ ਆ ਅਸੀਂ 1.5% ਆਬਾਦੀ ਕੀ ਹੈ ਸਾਡੀ 1.5%। ਸਾਰੇ ਭਾਰਤ ਵਰਸ਼ ਵਿੱਚ 1.5% ਸਾਡੀ ਆਬਾਦੀ ਹੈ ਕਰੋੜਾਂ ਚੋਂ। 121 ਫਾਂਸੀਆਂ ਚੋਂ 93 ਅਸੀਂ ਦਿੰਨੇ ਆ। 2626 ਇਹਨਾਂ ਨੂੰ ਉਮਰ ਕੈਦ, ਇਹਨੇ ਸੂਰਮਿਆਂ ਨੂੰ ਉਮਰ ਕੈਦ ਹੈ 2626 ਨੂੰ ਤੇ 2147 ਸਿੰਘ ਸਾਡੇ ਉਮਰ ਕੈਦ ਭੋਗਦੇ ਨੇ। ਤੇ ਬਾਕੀ ਧਰਮਾਂ ਦੀ ਗਿਣਤੀ ਕਿੱਥੇ ਰਹਿ ਗਈ ਹੈ। ਜਲਿਆਂ ਵਾਲੇ ਬਾਗ ਵਿੱਚ ਤਕਰੀਬਨ ਹੀ ਜਿਹੜੇ ਸਿੰਘ ਸ਼ਹੀਦ ਹੁੰਦੇ ਨੇ ਉਹਨਾਂ ਦੀ 3 ਹਿੱਸੇ ਗਿਣਤੀ ਹੈ। 1300 ਸ਼ਹੀਦੀ ਹੋਈ ਤੇ 799 ਸਿੰਘ ਸ਼ਹੀਦ ਹੈ ਉਹਨਾਂ ਵਿੱਚੋਂ। ਤੇ ਜੋ ਇਹ ਤੁਸੀਂ ਟੋਟਲ ਕਰਨਾ ਹੈ 1.5% ਆਬਾਦੀ ਦੇ 95% ਸਾਡੀਆਂ ਕੁਰਬਾਨੀਆਂ ਨੇ। ਦੇਸ਼ ਦਾ ਮਾਲਕ ਉਹ ਬੋਦੀ ਵਾਲਾ ਹੈ ਕਿ ਗਾਤਰੇ ਵਾਲਾ ਹੈ। ਜਿੰਨੀ ਵਾਰ ਵੀ ਦੇਸ਼ ਆਜ਼ਾਦ ਹੋਇਆ ਸਿੰਘਾਂ ਨੇ ਕਰਵਾਇਆ ਹੈ। ਤੇ ਮੈਂ ਕਈ ਵਾਰ ਸੋਚਦਾ ਨਾ ਵੀ ਕੋਈ ਗੱਲ ਨਹੀਂ ਹੈ, ਖਾਲਸਾ ਰਾਜ ਜਾਂ ਹਰ ਕੋਈ ਧਰਮ ਆਪਣਾ ਰਾਜ ਚਾਹੁੰਦਾ ਹੈ। ਕੀ ਪਤਾ ਮੌਕਾ ਬਣ ਗਿਆ ਤੇ ਸਾਰਾ ਹੀ ਮੱਲਾਂਗੇ। ਇਹ ਦਿੱਲੀ ਮੱਲੀ ਸੀ। ਇਹ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ। ਠੀਕ ਹੈ, ਅੱਜ ਕਿਸੇ ਦੀ ਹੈ, ਕੱਲ ਨੂੰ ਸਾਡੀ ਹੈ, ਕੱਲ ਨੂੰ ਫਿਰ ਕਿਸੇ ਦੀ ਹੈ, ਪਰਸੋਂ ਸਾਡੀ ਹੈ। ਇਹ ਤਾਂ ਚੱਲਦਾ ਰਿਹਾ। ਜਦੋਂ ਗੁਰੀਲਾ ਵਾਰ ਹੁੰਦੀ ਸੀ ਨਾ ਅਬਦਾਲੀ ਕਿਹਾ ਨਾ, ਉਹ ਜਦੋਂ ਅਬਦਾਲੀ ਦਾ ਜ਼ੋਰ ਪੈਣਾ ਤੇ ਸਿੰਘਾਂ ਨੇ ਇੱਧਰ ਨੂੰ ਨਿਕਲ ਜਾਣਾ, ਤੇ ਜਦੋਂ ਸਿੰਘਾਂ ਦਾ ਪੈਣਾ ਤੇ ਅਬਦਾਲੀ ਹੋਣਾ ਪਾਰ ਲੰਘ ਜਾਣਾ ਅਫਗਾਨਿਸਤਾਨ ਨੂੰ। ਇਹ ਕੰਮ ਚੱਲਦਾ ਰਿਹਾ ਹੈ। ਸ਼ਸਤਰ ਚੁੱਕਣੇ ਕਿਉਂ ਪਏ ਨੇ? ਅੱਗੇ ਤੇ ਅਸੀਂ ਗੈਰ ਤਾਕਤਾਂ ਆਉਂਦੀਆਂ ਸਨ ਉਹਨਾਂ ਲਈ ਚੁੱਕੇ ਸਨ, ਦੇਸ਼ ਨੂੰ ਆਜ਼ਾਦ ਕਰਾਉਣ ਲਈ। ਪਰ ਕਦੇ ਜਿਨ੍ਹਾਂ ਨੂੰ ਆਜ਼ਾਦ ਕਰਵਾਇਆ ਸੀ ਉਹਨਾਂ ਦੇ ਹੀ ਖਿਲਾਫ ਸ਼ਸਤਰ ਕਿਉਂ ਚੁੱਕਣੇ ਪਏ? ਇੱਥੇ ਧਰਮ ਦਾ ਵਿਰੋਧ ਨਹੀਂ ਹੈ ਕਿਸੇ ਦਾ, ਕਿਉਂਕਿ ਜੇ ਹਿੰਦੂ ਜਗਤ ਦੇ ਅੰਦਰ ਉਹ ਜਿਹੜਾ ਚੰਦੂ ਜਿਹੜਾ ਹੈ ਉਹ ਦੁਸ਼ਟ ਗੁਰੂ ਨੂੰ
ਤਵੀ ਤੇ ਬਿਠਾ ਰਿਹਾ ਹੈ ਤੇ ਦੂਜੇ ਪਾਸੇ ਗੰਗੂ ਨਮਕ ਹਰਾਮ ਬਣ ਰਿਹਾ ਹੈ ਤੇ ਉਧਰ ਟੋਡਰਮੱਲ ਹੁਣੀ ਵੀ ਬੈਠੇ ਨੇ ਜਿਹੜੇ ਨਮਕ ਹਲਾਲ ਕਰਦੇ ਨੇ। ਹਰ ਧਰਮ ਦੇ ਵਿੱਚ ਕੁਝ ਗਦਾਰ ਨੇ, ਹਰ ਧਰਮ ਦੇ ਕੁਝ ਧਰਮ ਤੇ ਅਕੀਦਾ ਰੱਖਣ ਵਾਲੇ ਸੂਰਮੇ ਵੀ ਹੋਇਆ ਕਰਦੇ ਨੇ। ਔਰ ਸਿੱਖ ਜਗਤ ਵਿੱਚ ਧਰਮ ਦੇ ਅੰਦਰ ਕਦੇ ਵੀ ਕਿਸੇ ਧਰਮ ਦਾ ਖੰਡਨ ਨਹੀਂ ਹੈ। ਖੰਡਨ ਪਖੰਡ ਦਾ ਹੈ, ਜੇ ਪੰਡਤ ਨੇ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਉਹਦਾ ਖੰਡਨ ਕੀਤਾ, ਜੇ ਸਿੱਖ ਨੇ ਕੀਤਾ ਜਾਂ ਇਸਲਾਮ ਦੇ ਪੈਰੋਕਾਰ ਨੇ ਕੀਤਾ ਉਹਦਾ ਵੀ ਖੰਡਨ ਕੀਤਾ ਹੈ। ਸਿੱਖ ਉੱਥੇ ਵੈਰ ਕਮਾਉਂਦਾ ਹੈ ਜਿੱਥੇ ਕੋਈ ਤਖਤ ਤੇ ਹੁਕਮਰਾਨ ਬੈਠ ਕੇ ਘੱਟ ਗਿਣਤੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ, ਖੁਰਾ ਖੋਜ ਮਟਾਉਣਾ ਚਾਹੁੰਦਾ ਹੈ। ਕਦੇ ਇਸਲਾਮ ਜਗਤ ਨਾਲ ਉਹ ਬੈਠੇ ਮੁਗਲਿਆ ਸਲਤਨਤ ਦੇ ਹੁਕਮਰਾਨਾਂ ਦੇ ਨਾਲ ਤਲਵਾਰ ਖੜਕਾਈ ਸੀ ਸਿੱਖਾਂ ਨੇ, ਤੇ ਕਦੇ ਜਿਨ੍ਹਾਂ ਨੂੰ ਆਜ਼ਾਦ ਕਰਾਇਆ ਹਿੰਦੂ ਜਗਤ ਦੇ ਕੁਝ ਚੁਣਿੰਦਾ ਔਰੰਗਜ਼ੇਬ ਵਰਗੀ ਬਿਰਤੀ ਅਖਤਿਆਰ ਕਰ ਚੁੱਕੇ ਇੰਦਰਾ ਗਾਂਧੀ ਵਰਗੇ ਐਸੇ ਤਖਤ ਦੇ ਮਾਲਕਾਂ ਦੇ ਨਾਲ ਇਹ ਤਲਵਾਰ ਸਿੱਖਾਂ ਦੀ ਖੜਕੀ। ਉਹਦੇ ਕਾਰਨ ਇਹ ਬਣੇ ਸਨ ਵੀ ਸਿੱਖ ਕਦੇ ਵੀ ਕਿਸੇ ਤੇ ਅਤਿਆਚਾਰ ਕਰਦਾ ਨਹੀਂ ਤੇ ਨਾ ਜਰਦਾ ਹੈ। ਔਰੰਗਜ਼ੇਬ ਚਾਹੁੰਦਾ ਹੈ ਵੀ ਏਕਤਾ ਕਰ ਦੇਵਾਂ, ਸਾਰਿਆਂ ਨੂੰ ਪੰਜ ਵਕਤ ਦੇ ਨਮਾਜ਼ੀ ਬਣਾ ਲਵਾਂ, ਤੇ ਗੁਰੂ ਸਾਹਿਬ ਚਾਹੁੰਦੇ ਨੇ ਨਹੀਂ, ਜਿੱਥੇ ਮਾਲਾ ਦਾ ਮਣਕਾ ਫੱਬਦਾ ਹੈ ਉੱਥੇ ਹੀ ਜੜਿਆ ਹੁੰਦਾ ਰੱਬ ਨੇ। ਜਿੱਥੇ ਰੱਬ ਨੇ ਪੈਦਾ ਕੀਤਾ, ਕੋਈ ਸਿੱਖ ਬਣਾਇਆ, ਕੋਈ ਹਿੰਦੂ, ਕੋਈ ਮੁਸਲਮਾਨ, ਠੀਕ ਹੈ, ਉਹਦੇ ਭਾਣੇ ਵਿੱਚ ਹੈ। ਇਹੀ ਵਾਦੀ ਬੀਬੀ ਇੰਦਰਾ ਨੂੰ ਪੈ ਗਈ ਵੀ ਸ਼ਾਇਦ ਘੱਟ ਗਿਣਤੀਆਂ ਨੂੰ ਖਤਮ ਕਰਕੇ ਮੈਂ ਸਾਰੇ ਹੀ ਹਿੰਦੂ ਕਰ ਲਵਾਂਗੀ। ਇਹ ਭੁਲੇਖਾ ਪੈ ਜਾਂਦਾ ਕਈ ਵਾਰ, ਪਰ ਉਹਨੂੰ ਖਿਆਲ ਨਹੀਂ ਸੀ ਵੀ ਜਿੰਨੀ ਕੁ ਫੌਜ ਉਹਦੇ ਕੋਲ ਹੈ 10 ਗੁਣਾ ਵੱਧ ਔਰੰਗੇ ਦੇ ਇਰਦ ਗਿਰਦ ਸੀ। ਜਿਸ ਔਰੰਗੇ ਨੂੰ 95 ਸਾਲ ਦੀ ਉਮਰ ਤੱਕ ਕੋਈ ਤਲਵਾਰ ਨਹੀਂ ਕੱਟ ਸਕੀ, ਜੇ ਖੁਦਾ ਵਿਪਰੀਤ ਚੱਲ ਪਵੇ, ਰੱਬ ਵਿਪਰੀਤ ਚੱਲ ਪਵੇ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰਦਿਸ਼ ਹੈ। ਬਿਖਮ ਥਾਨ ਬਸੰਤ ਊਚਾ ਹੈ, ਨਹਿ ਸਿਮਰੰਤ ਮਰਣੰ ਕਦਾਂਚ ਹੈ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਂਸ ਅਕਰਖ ਤੇ। ਰੱਬ ਨਹੀਂ ਵੱਲ ਤੇ ਤੇਰਾ ਵਾਲ ਵਿੰਗਾ ਕੋਈ ਨਹੀਂ ਕਰ ਸਕਦਾ। ਜਿਸ ਦਿਨ ਰੱਬ ਵਿਪਰੀਤ ਚੱਲ ਪਿਆ, ਭਾਵੇਂ ਲੱਖਾਂ ਬਾਡੀਗਾਰਡ ਰੱਖ ਲਈ, ਪਤਾ ਕੋਈ ਨਹੀਂ, ਬਾਡੀਗਾਰਡ ਹੀ ਭੋਗ ਪਾ ਦੇਣਾ, ਪਤਾ ਕੋਈ ਨਹੀਂ ਹੈ। ਜੇ ਵੱਲ ਹੈ ਤੇ ਲੱਖਾਂ ਤੇਰਾ ਕੱਖ ਵਿਗਾੜ ਨਹੀਂ ਸਕਦੀਆਂ। ਕਲਗੀਧਰ ਦਾ 10 ਲੱਖ ਨੇ ਕੀ ਵਿਗਾੜ ਲਿਆ? ਵਿਪਰੀਤ ਹੈ, ਉਲਟ ਹੈ। ਨਾਨਕ ਕੀਟੀ ਸਾਂਸ ਅਕਰਖਤ ਹੈ, ਕੀੜੀ ਹੱਥੋਂ ਵੀ ਮਰਵਾ ਸਕਦਾ ਹੈ। ਜਦੋਂ 47 ਵਿੱਚ ਦੇਸ਼ ਆਜ਼ਾਦ ਹੋਇਆ ਤੇ ਸਿੱਖਾਂ ਨੂੰ ਇੱਕ ਲਾਰਾ ਇਹ ਲਾਇਆ ਗਿਆ ਵੀ ਤੁਹਾਨੂੰ ਖਾਲਸਾ ਰਾਜ ਦਿੱਤਾ ਜਾਵੇਗਾ, ਤੁਹਾਡਾ ਦੇਸ਼ ਪੰਜਾਬ ਦੇਸ਼ ਦਿੱਤਾ ਜਾਵੇਗਾ, ਨਹੀਂ ਦਿੱਤਾ ਗਿਆ। ਡੈਮੋਕ੍ਰੇਸੀ ਸ਼ੁਰੂ ਹੋ ਗਈ, ਵੋਟਾਂ ਦਾ ਰਾਜ ਸ਼ੁਰੂ ਹੋ ਗਿਆ। ਆਪਣੀ ਗਿਣਤੀ ਥੋੜੀ ਸੀ, ਫਿਰ ਸ਼ਾਇਦ ਧਰਨੇ ਧੁਰਨੇ ਲਾ ਕੇ ਸੰਘਰਸ਼ ਕਰਕੇ ਪੰਜਾਬੀ ਬੋਲਦੇ ਇਲਾਕੇ ਪੰਜਾਬੀ ਸੂਬਾ ਲਿਆ। ਉਹ ਵੀ ਇਦਾਂ ਦਾ ਸੂਬਾ ਸੀ ਵੀ ਲੰਗੜਾਈ, ਕਈ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲੋਂ ਖੋਹ ਲਏ ਗਏ, ਪਾਣੀ ਸਾਡੀ ਮਲਕੀਅਤ ਵਿੱਚ ਨਾ ਰਹੇ, ਫੌਜ ਵਿੱਚ ਭਰਤੀ ਸਾਡੀ ਥੋੜੀ ਸੀ, ਚੰਡੀਗੜ੍ਹ ਸਾਤੋਂ ਖੁੱਸ ਗਿਆ। ਇਹ ਜਦੋਂ ਦਾ ਪੰਜਾਬੀ ਸੂਬਾ ਬਣਿਆ, ਜੋ ਕੁਝ ਆਨੰਦਪੁਰ ਦੇ ਮਤੇ 'ਚ ਸੰਤ ਉਸ ਸਮੇਂ ਸੰਘਰਸ਼ ਸ਼ੁਰੂ ਕਰਕੇ ਆਪ ਸੰਗਤਾਂ ਦੇ ਸਾਹਮਣੇ ਲੈ ਕੇ ਆਏ ਸਨ, ਉਹਨੂੰ ਕਿਤੇ ਧਿਆਨ ਨਾ ਪੜ੍ਹਿਓ। ਇਹ ਜਿਹੜਾ ਪੰਜਾਬੀ ਸੂਬੇ ਦੀ ਵੰਡ ਸੀ, ਇਹ ਉਦੋਂ ਤੋਂ ਹੀ ਸਾਡੇ ਲਈ ਇੱਕ ਦੁੱਖ ਦਾ ਜ਼ਖਮ ਬਣਿਆ ਹੋਇਆ ਸੀ। ਸਿੱਖ ਚਾਹੁੰਦੇ ਸੀ ਰਾਜ ਵੱਡਾ ਹੁੰਦਾ, ਪਰ ਨਾ ਮਿਲ ਸਕਿਆ। ਉਹ ਥੋੜਾ ਬਹੁਤਾ ਵਿਰੋਧ ਲੀਡਰਾਂ ਨੇ ਕਰਦੇ ਰਹਿਣਾ। ਇੱਕ ਦਿਨ ਇਹ ਗੱਲ ਮੱਘਦੀ ਗਈ ਤੇ ਆਪਣੇ ਹੱਕ ਲੈਣ ਲਈ, ਆਪਣੇ ਪਾਣੀਆਂ ਦੇ ਹੱਕ ਲੈਣ ਲਈ, ਚੰਡੀਗੜ੍ਹ ਦੇ ਹੱਕ ਲੈਣ ਦੇ ਲਈ, ਇਹਦੇ 'ਚ ਕੋਈ ਬਾਬਾ ਜਰਨੈਲ ਸਿੰਘ ਦਾ ਵੱਟ ਬੰਨੇ ਦਾ ਝਗੜਾ ਨਹੀਂ ਸੀ। ਕਈ ਕਹਿ ਦਿੰਦੇ ਜੀ ਸੰਤ ਬੜੇ ਗਰਮ ਸੀ, ਇਹਨੇ ਲੋਕਾਂ ਦੇ ਪੁੱਤ ਮਰਵਾ ਤੇ। ਸੰਤ ਨੇ ਕੋਠੀ ਨਹੀਂ ਸੀ ਪਾਉਣੀ ਜਾਂ ਮਰੱਬੇ ਚਾਹੀਦੇ ਸੀ। ਇਹ ਤੁਹਾਡੇ ਲਈ ਸਭ ਕੁਝ ਕੀਤਾ ਗਿਆ। ਹਾਂ, ਤੁਹਾਡੇ ਬਦਲੇ ਹੀ ਆਪਣੇ ਛੋਟੇ ਛੋਟੇ ਬੱਚੇ ਯਤੀਮ ਹੋ ਗਏ ਉਸਦੇ। ਪਰ ਜਵਾਨੀ ਵਿੱਚ ਮਾਤਾ ਪ੍ਰੀਤਮ ਕੌਰ ਨੂੰ ਦੁੱਖ ਹੰਢਾਉਣਾ ਪਿਆ। ਉਹ ਜਿਹੜਾ ਮਤਾ ਸੀ ਨਾ, ਹੁਣ ਜਰਨੈਲ ਤੇ ਕੋਈ ਚਾਹੀਦਾ ਹੁੰਦਾ, ਔਰ ਜਰਨੈਲ ਪੰਥ ਨੂੰ ਮਿਲ ਗਿਆ, ਬੰਦਗੀ ਵਾਲਾ ਬ੍ਰਹਮਵੇਤਾ ਸੰਤ ਸਿਪਾਹੀ। ਜਦੋਂ ਇੱਕ ਸਾਡੇ ਪੀਰੀ ਦੇ ਸਿਧਾਂਤਕ ਤਖਤ ਦੇ ਉੱਤੇ ਜੋ ਹਰਮੰਦਰ ਸਾਹਿਬ ਹੈ, ਤੇ ਦੂਸਰੇ ਬੰਨੇ ਮੀਰੀ ਦਾ ਸਿਧਾਂਤਕ ਤਖਤ ਜੋ ਅਕਾਲ ਤਖਤ ਸਾਹਿਬ ਹੈ, ਇੱਥੋਂ ਇੱਕ ਅਸੀਂ ਮੋਰਚਾ ਸ਼ੁਰੂ ਕੀਤਾ। ਕਹਿਣ ਨੂੰ ਕੋਈ ਵੀ ਅਗਵਾਈ ਕਰੇ, ਪਰ ਸਿੱਖ ਜਗਤ ਦੇ ਦਿਲਾਂ ਦੀ ਅਗਵਾਈ ਬਾਬਾ ਜਰਨੈਲ ਸਿੰਘ ਹੀ ਕਰ ਰਹੇ ਸਨ।
इत्थों मोर्चा शुरू होया और इस मोर्चे दे दरम्यान मैं उन्हां वीरां नूं दस दवां जिहड़े कहिंदे भी सिख अतवादी ने शस्त्र क्यों चुक्या। देखो भारत नूं ये माता कहिंदे ने, भारत भव्या है, भारत नूं माता कह दिंदे ने। ते माता दा एक फर्ज हुंदा है भी जे 4 काके ने जां 5 काके ने ऐदां बुरकियां वंड के दिंदी है। मैं हैरान रह जाना भी भारत माता सी, धोती ते बोदी वालियां नूं रोटी पूरी, ते जिहड़ी सिखां दी थाली 'च रखनी सी वो बुरकी भी मैनूं लगदा है भी अद्धों अद्धी तोड़ के ही रखदी सी। सिखां नूं जो हक देने ने वो चौथा हिस्सा भी नहीं। कहण नूं भारत माता बनी बैठी है, कित्थों दा न्याय भी एक काके नूं अद्धी रोटी भी नहीं, अद्धी बुरकी भी नहीं, ते एक नूं गफ्फे परोस के दवे। संतां दा मतलब ये सी भी जे माता खवाउंदी है ते फिर न्याय ते यह है भी जो कुछ भी हिंदू जगत दे अंदर हिंदू वीरां नूं न्याय मिलदा है उही सिखां नूं मिलना चाहिदा है। जो कुछ हिंदुआं नूं मिलदा है सिखां नाल विदकरा नहीं होना चाहिदा। ते जदों मां मंगदी है, जदों मां मंगदी है ना ते पुत्र जान भी दिंदा है। और भारत वर्ष दे बदले सैकड़े सिखां दीयां कुर्बानियां ने और जिन्हां नूं पूरी रोटी दित्ती जा रही है उन्हां दी शहादत मैनूं छेती कीतियां ते कोई लभदी नहीं। ते जिन्हां नूं दित्ता कख नहीं जा रहा, जदों इन्हां दी माता नूं लोड़ पई ते उदों पत ढक्की है सिखां नहीं भारत दी। हाँ हुण पिछे जे चीन नाल डांग खड़कन लगी सी उदों भी ते पग्गां वाले सिंह ही अगे कीते ना इन्हां ने। ते जदों भर्ती दा समा आया उदों तुहानूं पुछना किसे ने नहीं है। सारे जम्मू दे चक्कर कढ के थक जाओ पर उत्थे दौड़ ते नहीं तुसीं पास होना, तुहानूं होण ही नहीं देना अगलियां ने। होया की है, बाबा जरनैल सिंह ने जदों मंगां ये रखियां, ये चंगी मां सी भी जिन्हें देनी ते बुरकी बराबर दी सी, अगों टैंकां दे तोपां दे नाल हमला कर दिता। ते मैं गुरु ग्रंथ साहिब विच पढ़दा हुंदा है भी गुरु अर्जन साहिब कहिंदे ने माता प्रीत करे सुत खाए। जदों बच्चे नूं कुछ रजवा मिलदा है मां बड़ी खुश हुंदी है। किहड़ी डैण मां जम पई जिहड़ी बच्चे दीयां बुरकियां खोंदी है ते जे बच्चा मंगे ते अगों गोलियां मारियां जांदियां ने। खैर जदों सामणे टैंकां तोपां ने ते दीन दुनिया दे मालिक गुरु गोबिंद सिंह कहिंदे भी जे ते तुसीं आओ खाली हत्थ, चमकौर दी गढ़ी विच कहिंदे भी जे ते तुसीं आओ खाली हत्थ ते मैं भी फकीर बन के अटारी तो थले उतर आउंदा, पर तुसीं आए हो नंगियां तलवारां लैके, तुसीं आए हो तोपां लैके, तुफंग रफलां लैके के पैमा शिकन बेद रंग आमदन मया तेग तीरो तुफंग आमदम। तुसीं आए जे नंगियां तलवारां लैके, तुसीं आए जे मोढे रफलां तुफंग टंग के, तुहाडे भथे तीरां नाल भरे ने। इत्थे हुण माला दा की काम है, बा तदबीर तीरो तुफंग आमदम। हुण माता गुजरी दा दुलारा भी इदां ही नंगी तलवार लैके भथे तीरां दे नाल भर के इसे तरह ही रफल मोढे टांके तुहाडे सामने आवेगा। ते वेखियो फिर तितरां वांगू मुगलिया सल्तनत दे परखचे किदां उडाउंदा है, फिर इदां सामने आवेगा। हुण बाहर ते टैंक तोपां ने ते बाबा जरनैल सिंह माला लैके तुरे फिरन, हेरी शस्त्र क्यों रखे ने? हत्थ जोड़ के नहीं 1.5 लाख दा घेरा पिया। मैं फिर कह दवां ये शस्त्र देश दी हिफाजत लई चुकीए ते चंगे ने, अपनी हिफाजत लई चुक ले ते अतवादी हो गए असीं। और ध्यान दिओ 14 जंगां कलगीधर ने लड़ियां, 14 विच कदे भी वार नहीं कीता, टाला ही रखिया। आनंदपुर भी छड्ड दिता, टाल दिता जांदा सी। बाबा जरनैल सिंह जां सिख जगत विच जिन्ने भी घलू घारे जंगां होईयां ने, सिख पहला वार कदे नहीं करदा। क्यों नहीं करदा मैं फिर पढ़ दवां। कलगीधर दा हुक्म है भी तलवार उदों चुकनी है जदों सिरों पानी लंघ गया है, जदों कोई घर आके पै गया है। भला चारगी दरमिया आमदम, लाचार हो गया चूंकार, अज हमा हीलते दरगुजश्त, हलालस्त बुरदन बा शमशीर दस्त। ठीक है, सिरों पानी लंघ गया, तलवार दे मुठे ते हथ पाउणा ठीक है,
पर पहल सिख ने कदे नहीं करनी। इतिहास गवाह है 84 का जदों जंग होया 1.5 लाख का घेरा 219 सिंह ने बाबा जरनैल सिंह कोल, एक भी गोली पहला अंदरों बाहर नहीं गई। जदों बाहरों गोलियां चलियां ने, टैंकां ने चढ़ाई कीती है, तोपां ने चढ़ाई कीती है, ते फिर कलगीधर दा वो बचन चेते आ जांदा भी पानी सिरों लंघ गया है, हुण माला नहीं, हुण डांग काम आवेगी, हुण तलवार काम आवेगी। तुसीं आखोगे भी बाबा जरनैल सिंह रफलां लैके बैठा है गुरद्वारे दे विच, साडे ते हर गुरु घर ही शस्त्र ने, की केसगढ़ साहब सब तो उच्चे पीर बना के रखिया बापू दे पीर कहंदा शस्त्रां नूं। पीर क्यों कहा शस्त्रां नूं? रब दे कोल 2 ताकतां ने, शरमौर ताकतां। वैसे तो कुल कायनात दा मालक है, एक ते ये पैदा करना ते दूजा खत्म करना, लैता करनी ते पैदा करना। जब उद करख करा करतारा, प्रजा धरत तब देह अपारा, जब आ करख करत हूँ कब हूँ, तुम मैं मिलत देह धर सब हूँ। पैदा करदा है, उद करख करदा है, खिलार करदा है ते खिच लेना, आकर्ष करदा है। शस्त्र की करदा है? शस्त्र कोल भी ये 2 ताकतां ने, जान लै भी सकदा है, किरपान किरपा आन, आन शान रख भी सकदा है, जान बचा भी सकदा है, साह खो भी सकदा है ते साह बख्श भी सकदा है। इसलिए पीर आख्या है शस्त्रां ते साडे बापू ने ते आख्या है भी उन्हां नूं सब तो उच्चे रखो। ते नाले असीं किसी दे मंदिर विच हथियार लैके नहीं बैठे, ते नाले कोई नजायज़ हथियार नहीं है। महापुरुषां को लाइसेंसी हथियार ने, बीबी इंदिरा आके हथियार नहीं रखना, पर साडा बापू कह रहा बिना शस्त्र ते गंग, बिना शस्त्र के संग न रंग, भेड़ जानो गाहे कान ताको किते लै सीधानो, यही मोर आज्ञा सुनो रे प्यारे, बिना तेग के संग दे ओ ना दीदारे। ये कौन कह रहा है? ये कलगीधर कह रहा है, ये खुद खुदा गुरु गोबिंद सिंह कह रहा है। ते गुरु गोबिंद सिंह कौन है? बरदो आलम शाह गुरु गोबिंद सिंह। ये बीबी ते एक निक्के जे देश दी शाह है, निक्के जे तख्त ते बहिंदी है। साडा गुरु गोबिंद सिंह एक हिंदू, कट्टड़ हिंदू, जनेऊ दा धारनी बाबा नंद लाल जेड़ा बाद विच नंद सिंह बनया अमृत छाके, वो एक ही है। एक निक्के जे तख्त दी मालक आके शस्त्र ना रखो, ते लोक परलोक दा मालक बरदो आलम शाह गुरु गोबिंद सिंह दोवां लोकां ते परलोकां तख्तां दा मालक आखे बिना शस्त्र के संग न रंग, भेड़ जानो यही मोर आज्ञा सुनो रे प्यारे, बिना तेग के संग दे ओ ना दे दारे। लोक परलोक दा पातशाह के शस्त्र रखो, ते निके जे तख्त दी मालक जेड़ा पुठा हो जाना 5 साली, हो आखे भी नहीं शस्त्र नहीं रखना, हुण जाइए किहड़े बन्ने। फिर बाबा जरनैल सिंह नूं जाना पिया जेड़ा लोक ते परलोक दे तख्त दा मालक है, उहदे चरनां विच। ते नाले कोई हिंदू वीर मंदिर विच शस्त्र रख भी लवे, सानू की प्रॉब्लम है इहदे नाल? असीं अपने गुरु घर रखे होए ने। जे ते किसी मंदिर दे पंडित नूं डराया हथियार खड़ के फिर ते अतवादी ने सन। ते मैं ते सुनिया है उन्हां महापुरुषां जेलां दे विच मंदिर तक बना दिते ने। गुरु नानक दा घर इदां दा, जे हिंदू धर्म नाल नफरत हुंदी ते बाबा नामदेव वर्गे की करदे ने, गुरु दे अंग बने होए ने। जे इस्लाम जगत नाल नफरत हुंदी ते फरीद जी बैठे की करदे ने गुरु ग्रंथ साहिब विच? नहीं, वो सारियां नाल प्रेम करदा है। पर जे प्रेम नूं कोई प्रेम दी परिभाषा नूं, संतगिरी नूं, फकीरी नूं, गुरु नानक दे तख्त नूं, इस निमरता नूं बुज़दिली समझे ते फिर तलवार चुकनी पैंदी है। संतां ने तलवार चुकी है, कलगीधर पातशाह ने जो मर्यादा बनाई है उहदे अनुसार चुकी है। ते इस जंग दे दरमियान तुहाडे ही शहर दा भाई इंद्रजीत सिंह 17 वरे ते 5 महीनिਆਂ ਦੀ उम्र है जिहदी, ये जदों 10वीं करके थोड़ी बहुती पढ़ाई करके महापुरुषां दे कोल गया है ना, महापुरुषां दे जदों ये कोल गया है, संगत कीती ते दीदारे करके उहदा ही हो गया, संतां दा ही हो गया, संतां दा ही प्यारा बन गया। शायद 26 जनवरी 1967 का उन्हां दा जन्म सी और 7 जून 1984 ਵਿੱਚ ਉਹ शहीद होए सन 6 ਤੋਂ अगले दिन। ਇਨਸਾਈਕਲੋਪੀਡੀਆ ਵਿੱਚ ਜ਼ਿਕਰ ਹੈ ਉਹ ਜਿਹੜਾ ਸਤਪੁਰਸ਼ ਹੈ ਨਾ, ਬੀਬੀ ਅਮਰਜੀਤ ਕੌਰ ਦਾ ਜਾਇਆ ਹੈ,
ਭਾਈ ਗੁਰਚਰਨ ਸਿੰਘ ਜੀ ਫੌਜੀ ਦਾ ਔਲਾਦ ਹੈ। ਖੈਰ 6 ਭੈਣ ਭਾਈਆਂ ਤੋਂ ਛੋਟਾ ਸੀ, ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਜੇ। ਸੰਤਾਂ ਦੀ ਸੰਗਤ ਚਲਿਆ ਗਿਆ। ਇਹ ਇਸੇ ਲਹਿਰ ਦੇ ਵਿੱਚ ਦੇਖੋ, ਇੱਕ 17 ਸਾਲ ਦਾ ਬੱਚਾ ਸੀ, ਸੁਣਦੇ ਆ 7 ਤੇ 9 ਸਾਲ ਦੇ ਲਾਲ, 14 ਤੇ 17 ਸਾਲ ਦੇ ਲਾਲ ਜੀਤ ਤੇ ਜੁਝਾਰ ਵੱਡੜੇ, ਜੋਰਾਵਰ ਤੇ ਫਤਿਹ ਸਿੰਘ ਛੋਟੇ। ਜੇ ਉਸ ਸਰਬੰਸਦਾਨੀ ਦੇ ਲਾਲ ਬਿੰਦੀ ਲਾਦ ਇਸ ਉਮਰ ਵਿੱਚ ਸਿਰ ਵਾਰਦੇ ਰਹੇ ਨੇ, ਤੇ ਉਹਦੇ ਨਾਦੀ ਬੱਚੇ ਵੀ ਇਸ ਉਮਰ ਵਿੱਚ ਸਿਰ ਵਾਰਦੇ ਰਹੇ ਨੇ। ਜਿਵੇਂ ਭਾਈ ਜਸਜੀਤ ਸਿੰਘ ਨੇ ਜਾਂ ਜਿੰਨੇ ਵੀ ਸ਼ਹੀਦ ਨੇ, ਭਾਈ ਇੰਦਰਜੀਤ ਸਿੰਘ ਨੂੰ ਮਾਪਿਆਂ ਸੋਚਿਆ ਵੀ ਮਿਲ ਲਈਏ, ਤੇ ਭਾਈ ਇੰਦਰਜੀਤ ਸਿੰਘ ਕਹਿੰਦੇ ਨਹੀਂ, ਹੁਣ ਤੇ ਗੁਰੂ ਹੀ ਸਭ ਕੁਝ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਹੁਣ ਤੇ ਪੰਥ ਹੀ ਸਭ ਕੁਝ ਹੈ, ਗੁਰੂ ਹੀ ਸਭ ਕੁਝ ਹੈ। ਹਾਂ, ਇੱਕ ਚਿੱਠੀ ਉਸ ਸਤਪੁਰਸ਼ ਨੇ ਲਿਖੀ ਹੈ ਅਖੀਰ ਦੇ ਉੱਤੇ, ਜਦੋਂ ਹਮਲਾ ਹੋਣਾ ਸੀ ਵੀ ਫੌਜਾਂ ਦੇ ਘੇਰੇ ਪੈ ਗਏ ਨੇ, ਔਰ ਉਸ ਚਿੱਠੀ ਦੇ ਵਿੱਚ ਕੋਈ ਡਰ ਨਹੀਂ ਹੈ। ਮੈਂ ਸੋਚਦਾ ਇਹਨਾਂ ਕੋਲ ਬਰਕਤਾਂ, ਜਿਨ੍ਹਾਂ ਨੂੰ ਸ਼ਹੀਦੀ ਮਿਲਣੀ ਹੈ, ਬਰਕਤਾਂ ਐਸੀਆਂ ਨੇ। ਸਾਰੀ ਦੁਨੀਆ ਭੱਜੀ ਫਿਰਦੀ ਹੈ, ਡਾਕਟਰ ਲੱਭ ਲਓ, ਉਪਾਅ ਕਰ ਲਓ, ਜਾਨ ਬਚ ਜਾਵੇ। ਤੇ ਕਬੀਰ ਹੋਣੀ ਭੰਗੜਾ ਪਾਉਂਦੇ ਨੇ, ਕਬੀਰ ਮਰਤਾ ਮਰਤਾ ਜਗ ਮੁਆ, ਮੌਤ ਨੂੰ ਵੇਖ ਕੇ ਨੱਚਦੇ ਨੇ। ਖੁਸ਼ੀ ਹੈ, ਭੈ ਕੋਈ ਨਹੀਂ ਹੈ, ਨਾ ਤਨ ਦਾ ਮੋਹ, ਨਾ ਪਰਿਵਾਰ ਦਾ ਮੋਹ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ। ਇਸ ਮੌਤ ਨੂੰ ਲੋਕ ਨਹੀਂ ਚਾਹੁੰਦੇ, ਸਤਪੁਰਸ਼ ਇਸ ਮੌਤ ਨੂੰ ਚਾਹੁੰਦੇ ਨੇ। ਔਰ ਧਿਆਨ ਰੱਖਿਓ, ਜਿਹੜਾ ਇਹ ਮੌਤ ਮਰ ਜਾਵੇ ਉਹ ਕਦੇ ਬਾਅਦ ਵਿੱਚ ਨਹੀਂ ਮਰਦਾ। ਇਹਦੇ ਅਰਥ ਇਹ ਹੁੰਦੇ ਨੇ, ਸਰੀਰ ਕਰਕੇ ਤੁਸੀਂ ਵੀ ਜਾਣਾ, ਮੈਂ ਵੀ ਜਾਣਾ, ਸ਼ਹੀਦ ਵੀ ਗਏ ਨੇ, ਸੰਤ ਵੀ ਜਾਣਾ, ਸਾਖਤ ਵੀ ਨਹੀਂ ਰਹੇਗਾ। ਪਰ ਸਤਪੁਰਸ਼ ਹੈ, ਸਰੀਰ ਉਹਨਾਂ ਦਾ ਨਹੀਂ ਰਿਹਾ, ਨਾ ਸਾਕਤ ਦਾ ਨਿਆ, ਨਾ ਰਾਮ ਹੀ ਛੱਡਿਆ, ਨਾ ਰਾਵਣ ਹੀ ਛੱਡਿਆ। ਕਾਲ ਕਿਸੇ ਨੂੰ ਛੱਡਦਾ ਨਹੀਂ ਹੈ। ਕੋਈ ਮਾਈਕਾ ਲਾਲ ਪੈਦਾ ਨਹੀਂ ਹੋਇਆ ਜਿਹੜਾ ਬਾਂਹ ਚੁੱਕ ਕੇ ਆਖੇ ਵੀ ਕਾਲ ਮੈਨੂੰ ਲੈ ਕੇ ਨਹੀਂ ਜਾਵੇਗਾ। ਪਰ ਸੰਤ ਦੇ ਸਾਕਤ, ਸ਼ਹੀਦ ਦੇ ਸਾਕਤ ਦੇ ਜਾਣ ਵਿੱਚ ਅੰਤਰ ਹੈ। ਸੰਤ ਤੇ ਸ਼ਹੀਦ ਜਿਹੜੇ ਨੇ ਉਹ ਸਰੀਰ ਕਰਕੇ ਗਏ, ਸਾਕਤ ਵੀ ਸਰੀਰ ਕਰਕੇ ਗਿਆ, ਪਰ ਸਾਕਤ ਦਾ ਨਾਮ ਹੀ ਮਿੱਟੀ ਹੈ, ਨਾਮ ਕਰਕੇ ਵੀ ਮਰ ਗਿਆ ਹੈ। ਸੰਤ ਤੇ ਸ਼ਹੀਦ ਜਿਹੜੇ ਨੇ ਨਾਮ ਕਰਕੇ ਰਹਿ ਜਾਂਦੇ ਨੇ, ਕਦੇ ਮਰਦੇ ਨਹੀਂ ਨੇ। ਜੇ ਉਹ ਮਰੇ ਹੁੰਦੇ ਤੇ ਅੱਜ ਉਹਨਾਂ ਦੀ ਬਰਸੀ ਕਾਹਦੇ ਲਈ ਮਨਾ ਰਹੇ ਜੀ? ਅਟੈਕ ਤੇ ਇੱਥੋਂ ਕਈ ਸੌ ਕਿਲੋਮੀਟਰ ਦੂਰ ਹੋਇਆ, ਔਰ ਇਹ ਤੇ ਹਜੇ ਨੇੜੇ ਹੀ ਬੈਠੇ ਜੇ। ਦੁਨੀਆ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਸ਼ਹੀਦਾਂ ਦੀ ਯਾਦ ਸਿੱਖ ਨਹੀਂ ਮਨਾਉਂਦੇ। ਇਹ ਸਾਧ ਮੌਤ ਸ਼ਹਾਦਤ ਤਾਂ ਚਾਹੁੰਦੇ ਨੇ ਵੀ ਜਦੋਂ ਇਹ ਮੌਤ ਆ ਗਈ, ਫਿਰ ਰਹਿੰਦੀ ਦੁਨੀਆ ਤੱਕ ਨਾਮ ਰਹਿਓ, ਸਾਧੂ ਰਹਿਓ ਗੁਰੂ ਗੋਬਿੰਦ। ਇਹ ਰਹਿਣ ਵਾਲੇ ਨੇ ਫਿਰ ਸਦਾ। ਹੁਣ ਬਾਬਾ ਸ਼ਬੇਗ ਸਿੰਘ ਦੇ ਭਰਾਤਾ ਵੀ ਇੱਥੇ ਆਏ ਸਨ, ਜਨਰਲ ਸ਼ਬੇਗ ਸਿੰਘ ਦੇ। ਉਹਨਾਂ ਨੇ ਇਸ ਭਾਈ ਇੰਦਰਜੀਤ ਸਿੰਘ ਦੀ ਡਿਊਟੀ 3 ਜੂਨ ਨੂੰ ਜਿੱਥੇ ਲਾਈ ਹੈ, ਉਹ ਜਗ੍ਹਾ ਹੈ ਡੇਰਾ ਬਾਬਾ ਸ਼ਾਮ ਸਿੰਘ, ਆਟਾ ਮੰਡੀ, ਜਿਹੜੇ ਬੰਨੇ ਆਟਾ ਮੰਡੀ ਹੈ ਉਸ ਬੰਨੇ ਇਹ ਡੇਰਾ ਹੈ। ਦੀਨ ਦੁਨੀਆ ਦੇ ਮਾਲਕ ਦੇ ਦਰ ਉੱਤੇ ਸੇਵਾ ਮਿਲ ਗਈ ਹੈ। ਜਦੋਂ ਡੇਰਾ ਸ਼ਾਮ ਸਿੰਘ ਤੇ ਡਿਊਟੀ ਲੱਗ ਗਈ, ਠੀਕ ਹੈ, ਜਿੰਨੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਵੇਖ ਵੇਖ ਕੇ ਦੁਸ਼ਮਣ ਵੀ ਫੁੰਡੇ ਗਏ। ਅੱਜ ਸਮਾਂ ਆਇਆ, ਸ਼ਹਾਦਤਾਂ ਪੈਂਦੀਆਂ ਗਈਆਂ, ਕਈਆਂ ਨੂੰ ਤੁਰਕੀਆਂ ਟਿਕਟਾਂ ਖਾਲਸੇ ਨੇ ਦਿੱਤੀਆਂ। 7 ਜੂਨ 1984 ਵਾਲੇ ਦਿਨ ਅਕਾਲ ਤਖਤ ਸਾਹਿਬ ਢਾਹ ਦਿੱਤੇ ਗਏ। ਛਲਣੀ ਸਾਡਾ ਹਰਮੰਦਰ ਸਾਹਿਬ ਕਰ ਦਿੱਤਾ ਗਿਆ। ਹੁਣ ਧਿਆਨ ਫੌਜ ਨੇ ਡੇਰਾ ਬਾਬਾ ਸ਼ਾਮ ਸਿੰਘ ਵੱਲ ਕੀਤਾ ਹੈ। ਉਧਰ ਨੂੰ ਜਦੋਂ ਆਪਣਾ ਸਾਰਾ ਅਸਲਾ ਲੈ ਕੇ ਹਮਲਾ ਕਰ ਦਿੱਤਾ ਹੈ, ਉਸ ਹਮਲੇ ਦੇ ਵਿੱਚ ਬੜੇ ਸਿੰਘ ਸ਼ਹੀਦ ਹੋ ਗਏ, ਤੇ ਜਿਹੜੇ ਭਾਈ ਇੰਦਰਜੀਤ ਸਿੰਘ ਵਰਗੇ ਕੁਝ ਸੂਰਮੇ ਸਨ, ਅਸਲਾ ਮੁੱਕ ਗਿਆ, ਗ੍ਰਿਫਤਾਰੀ ਹੋ ਗਈ। ਗ੍ਰਿਫਤਾਰ ਕਰਕੇ ਇਹ ਕੋਈ ਨਿਆਂ ਪ੍ਰਣਾਲੀ ਨਹੀਂ ਹੈ ਵੀ ਇੱਕ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਤੁਸੀਂ ਠੀਕ ਹੈ ਉਹਨੂੰ ਕੋਰਟ 'ਚ ਲਿਆਓ, ਜੋ ਸਜ਼ਾ ਬਣਦੀ ਹੈ ਉਹਦੀ ਲਾਈ ਜਾਵੇਗੀ। ਗ੍ਰਿਫਤਾਰ ਕਰਕੇ 21 ਸਿੰਘਾਂ ਨੂੰ ਬੇਕਦਰੀ ਦੇ ਨਾਲ ਉਹਨਾਂ ਜ਼ਾਲਮਾਂ ਨੇ ਉਸ ਬਿਲਡਿੰਗ 'ਚੋਂ ਗ੍ਰਿਫਤਾਰ ਕਰਕੇ ਜ਼ੋਰਾ ਜ਼ਬਰੀ ਦੇ ਨਾਲ, ਬੇਰਹਿਮੀ ਦੇ ਨਾਲ ਗੋਲੀਆਂ ਮਾਰ ਮਾਰ ਕੇ 21 ਸੂਰਮੇ ਉੱਥੇ ਫਿਰ ਸ਼ਹੀਦ ਕੀਤੇ, ਜਿਨ੍ਹਾਂ 'ਚੋਂ ਭਾਈ ਇੰਦਰਜੀਤ ਸਿੰਘ ਤੁਹਾਡੇ ਜੰਮੂ ਦਾ ਇੱਕ ਸੀ। ਹਾਂ, ਜਾਇਆ ਇੱਥੋਂ ਦਾ ਹੈ ਤੇ ਸਾਰਿਆਂ ਦਾ ਸਾਂਝਾ ਹੀ। ਦੀਨ ਦੁਨੀਆ ਦੇ ਮਾਲਕ ਦੇ ਦਰ ਤੇ ਸ਼ਹਾਦਤ ਹੋਈ। 17 ਸਾਲ
5 ਮਹੀਨੇ ਦੀ ਉਮਰ ਹੈ ਤੇ ਮਾਤਾ ਪਿਤਾ ਨੂੰ ਖਬਰ ਮਿਲੀ। ਇਹ ਬਚਨ ਮਾਵਾਂ ਬੈਠੀਆਂ ਨੇ, ਧਿਆਨ ਨਾਲ ਸੁਣਿਓ। ਜਦੋਂ ਮਾਂ ਦੇ ਕੰਨਾਂ ਵਿੱਚ ਆਵਾਜ਼ ਪਈ, ਮਾਤਾ ਇੰਦਰਜੀਤ ਕੌਰ ਦੇ ਕੰਨਾਂ 'ਚ ਆਵਾਜ਼ ਪਈ, ਮਾਤਾ ਵੀ ਤੇਰਾ ਲਾਲ ਜਿਹੜਾ ਹੈ ਉਹ ਦੁਸ਼ਮਣਾਂ ਨੇ ਮਾਰ ਦਿੱਤਾ ਹੈ, ਉਹ ਸ਼ਹੀਦ ਹੋ ਗਿਆ ਹੈ। ਅੱਖਾਂ 'ਚੋਂ 2 ਮੋਤੀ ਸੁੱਟ ਕੇ ਆਖਣ ਲੱਗੀ, ਲੈ ਕਲਗੀਧਰ ਸੱਚੇ ਪਾਤਸ਼ਾਹ, ਮੈਂ ਆਪਣੇ ਪੁੱਤਰਾਂ ਵਿੱਚੋਂ ਤੈਨੂੰ ਦਸਵੰਧ ਦੇ ਦਿੱਤਾ ਜੀ। ਐਸੀਆਂ ਬਰਕਤਾਂ ਗੁਰੂ ਘਰ ਦੇ ਵਿੱਚ। ਜੇ ਸਿਰ ਵਾਰਨ ਵਾਲੇ ਬੈਠੇ ਨੇ, ਸਿੰਘ ਬੈਠੇ ਨੇ, ਤੇ ਸਿੰਘਣੀਆਂ ਮਾਵਾਂ ਭੈਣਾਂ ਬੱਚੀਆਂ ਦੇ ਕੋਲ ਵੀ ਜਿਗਰਾ ਮਾਤਾ ਗੁਜਰੀ ਵਰਗਾ ਹੈ। ਸ਼ਹਾਦਤ ਦੀ ਅਵਧੀ ਨੂੰ ਮਾਣਿਆ ਔਰ ਬਾਣੀ ਦੇ ਇਸ ਫਰਮਾਨ ਤੇ ਅਕੀਦਾ ਰੱਖਿਆ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਕਲਗੀਧਰ ਤੇਰਾ ਦਿੱਤਾ ਸੀ, ਉਹਦੇ ਹੀ ਦਿੱਤੇ ਨੇ ਸਾਰੇ। ਇਹ ਭੁਲੇਖੇ 'ਚ ਨਾ ਰਿਓ ਵੀ ਕੋਈ ਸਾਡੀ ਸਿਆਣਪਨਾ ਕਾਕਾ ਪੈਦਾ ਹੋ ਗਿਆ, ਨਹੀਂ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ, ਦੇਣ ਵਾਲਾ ਉਹ ਹੀ ਹੈ। ਕਹਿੰਦੀ ਤੇਰੀ ਅਮਾਨਤ ਸੀ ਤੇ ਅਮਾਨਤਾਂ ਸਦਾ ਕੋਲ ਨਹੀਂ ਰਹਿੰਦੀਆਂ, ਤੂੰ ਲੈ ਗਿਆ, ਇਹ ਰੋਣਾ ਕਾਹਦਾ ਹੈ। ਉਹ ਸੂਰਮਾ ਸ਼ਹਾਦਤ ਦੀ ਅਵਧੀ ਨੂੰ ਪਾ ਗਿਆ। ਮੈਂ ਹੈਰਾਨ ਰਹਿ ਜਾਣਾ ਵੀ ਇਹ ਮਾਤਾ ਪਿਤਾ ਦੇ ਕੋਲ ਐਸੀਆਂ ਬਰਕਤਾਂ ਕਿਵੇਂ ਨੇ। ਭਾਈ ਜਸਜੀਤ ਸਿੰਘ ਸ਼ਹੀਦ ਹੋਏ, ਝਗੜਾ ਕੀ ਹੈ? ਸਿਰਫ ਇੰਨਾ ਹੀ ਹੈ ਵੀ ਸਾਡੇ ਬਾਬਾ ਜਰਨੈਲ ਸਿੰਘ ਜੀ ਸਦੀ ਦੇ ਮਹਾਨ ਜਰਨੈਲ ਨੇ, ਸਰਵਉੱਚ ਜਰਨੈਲ ਨੇ। ਸਿੱਖ ਜਗਤ ਦੇ ਅੰਦਰ ਧਰੂ ਤਾਰੇ ਵਰਗੀ ਚਮਕ ਹੈ ਔਰ 6 ਜੂਨ ਨੂੰ ਅਸੀਂ ਉਹਨਾਂ ਦਾ ਸ਼ਹਾਦਤ ਦੀ ਅਵਧੀ ਮਾਨਣ ਦਾ ਦਿਹਾੜਾ ਸਮੂਹ ਸ਼ਹੀਦਾਂ ਦੇ ਸੁਮੇਲ ਵਿੱਚ ਗੱਜ ਵੱਜ ਕੇ ਕੁੱਲ ਜਗਤ ਅੰਦਰ ਮਨਾਉਣੇ ਆ। ਤੇ ਜਿਹੜੇ ਸਾਡੇ ਫਿਰ ਹੀਰੋ ਹੁੰਦੇ ਨੇ ਨਾ, ਜਿਹੜੇ ਸਾਡੇ ਮਹਾਂਪੁਰਸ਼, ਕੌਮ ਲਈ ਸਰਬੰਸ ਵਾਰਨਾ, ਸਿਰ ਵਾਰਨਾ, ਜਿਨ੍ਹਾਂ ਕੌਮ ਦੀ ਝੋਲੀ ਕੁਝ ਪਾਇਆ ਹੈ, ਫਿਰ ਅਸੀਂ ਉਹਨਾਂ ਦੇ ਇਸ਼ਤਿਹਾਰ, ਫੋਟੋਆਂ ਦੂਰ ਦਰੇਡੇ ਲਾਉਣੇ ਆ ਵੀ ਸੰਗਤਾਂ ਪਹੁੰਚਣ, ਇਹਨਾਂ ਸਮਾਗਮਾਂ ਦਾ ਆਨੰਦ ਮਾਣਨ। ਪਰ ਕਮਾਲ ਦੀ ਗੱਲ ਇਹ ਹੈ, ਉਸ ਮਹਾਂਪੁਰਸ਼ ਉੱਤੇ ਕੋਈ ਕੇਸ ਨਹੀਂ ਹੈ। ਅਟੈਕ ਹੋ ਗਿਆ, ਸ਼ਹਾਦਤ ਹੋਈ, ਔਰ ਉਸ ਸ਼ਹਾਦਤ ਦੇ ਵਿੱਚ ਇਹ ਨਾ ਸਮਝਿਓ ਵੀ ਸਿੱਖ ਮਸਲ ਕੇ ਰੱਖ ਦਿੱਤੇ। ਕਈਆਂ ਨੂੰ ਭੁਲੇਖਾ ਹੋਵੇਗਾ। ਬਰਾੜ ਬੀਬੀ ਇੰਦਰਾ ਨੂੰ ਜਾ ਕੇ ਕਹਿੰਦਾ, ਲੈ ਬਾਬਾ ਢਾਲਿਆ ਹੀ, ਤੇ ਕਹਿੰਦੀ ਸੀ ਵੀ ਤੂੰ ਤੇ ਕਹਿੰਦਾ ਸੀ ਚੁਟਕੀਆਂ 'ਚ ਢਾ ਲੈਣਾ, ਤੇ ਚੁਟਕੀਆਂ 3 ਦਿਨ ਵੱਜਦੀਆਂ ਰਹੀਆਂ। ਅੱਜ ਉਹ ਤੀਜੇ ਦਿਨ ਤੇ ਇੱਥੋਂ ਢੱਠਾ ਹੈ। ਅੱਧੇ ਘੰਟੇ ਤੂੰ ਆਖਿਆ ਸੀ ਢਾ ਲੈਣਾ, ਤੇ ਬਰਾੜ ਸਾਹਿਬ ਉਹ ਤੇ ਢਹਿ ਗਿਆ। ਤੁਸੀਂ ਦੱਸੋ ਤੁਹਾਡੇ ਕਿੰਨੇ ਢਾਏ ਨੇ ਉਹਨੇ ਢਹਿਣ ਤੋਂ ਪਹਿਲਾਂ? ਠੀਕ ਹੈ, ਸਰਕਾਰਾਂ ਜਦੋਂ ਇਹਨਾਂ ਦਾ ਕੋਈ ਨੁਕਸਾਨ ਹੋਵੇ ਨਾ, ਉਹਨੂੰ ਮੀਡੀਆ ਵਿੱਚ ਉਜਾਗਰ ਨਹੀਂ ਹੋਣ ਦਿੰਦੀਆਂ, ਕਿਉਂਕਿ ਜੇ ਇਹ ਖਬਰਾਂ ਉਦੋਂ ਉਜਾਗਰ ਹੋ ਜਾਂਦੀਆਂ ਤੇ ਸ਼ਾਇਦ ਆਪਾਂ ਬਘੇਲ ਸਿੰਘ ਵਾਂਗੂ ਫਿਰ ਦਿੱਲੀ ਮੱਲ ਲੈਂਦੇ, ਜੋਸ਼ ਐਸਾ ਆ ਜਾਂਦਾ। ਸਾਨੂੰ ਦਿਖਾਇਆ ਇਹ ਗਿਆ ਵੀ ਤੁਹਾਡਾ ਸੰਤ ਕੀ, ਤੁਹਾਡੇ ਸਿਪਾਹੀ ਕੀ, ਤੁਹਾਡੀਆਂ 2-3 ਪੀੜ੍ਹੀਆਂ ਅਸੀਂ ਮਸਲ ਦਿੱਤੀਆਂ ਨੇ ਉੱਥੇ। ਠੀਕ ਹੈ, ਸ਼ਹਾਦਤਾਂ ਹੋਈਆਂ, ਮਾਵਾਂ ਦੇ ਲਾਲ ਗਏ, ਅੱਜ ਤੱਕ ਉਹ ਨਹੀਂ ਮੁੜੇ। ਸ਼ਹਾਦਤਾਂ ਹੋਈਆਂ, ਗੁਰੂ ਨਾਨਕ ਦੀ ਗੋਦ ਵਿੱਚੋਂ ਪਹੁੰਚੇ, ਪਰ ਜਿਹੜੀ ਏਜੰਸੀਆਂ ਦੀ ਵਿੱਚੋਂ ਖਬਰ ਲੀਕ ਹੋਈ ਸੀ, ਇਤਿਹਾਸ ਗਵਾਹ ਹੈ, 219 ਸਿੰਘ ਲੈ ਕੇ ਉਸ ਮਰਦ ਨੇ 1.5 ਲੱਖ ਦੇ ਵਿੱਚੋਂ ਤਕਰੀਬਨ 30,000 ਉਸ ਸਨਾਤਨ ਹਿੰਦ। ਬਾਬਾ ਜੀ ਪ੍ਰਸੰਗ ਚੱਲ ਰਿਹਾ ਹੋਵੇ ਨਾ, ਬੇਨਤੀ ਆ ਉੱਥੋਂ ਇਸ਼ਾਰਾ ਕਰ ਦਿਆ ਕਰੋ। ਮੇਰਾ ਪ੍ਰਕਰਨ ਟੁੱਟ ਗਿਆ ਵੀ ਕਿੱਥੇ ਚੱਲਦਾ ਸੀ। 30,000 ਸਿਪਾਹੀ, 1.5 ਲੱਖ ਦਾ ਘੇਰਾ, 219 ਸਿੰਘ ਨੇ। ਤੇ ਜਿਹੜਾ ਉਹ ਬਚਨ ਕਲਗੀਧਰ ਦੇ ਬਾਰੇ ਪ੍ਰਚਲਿਤ ਹੈ, ਜਿਸ ਰਨ ਮੇ ਲੜਾ ਬੇਸਰੋ ਸਮਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਜਿੱਥੇ ਕਲਗੀਧਰ ਸ਼ੇਰ ਦੇ ਕੋਲ ਐਸੀਆਂ ਬਰਕਤਾਂ ਨੇ, ਸ਼ੇਰਾਂ ਦੀ ਸ਼ਰਨ ਰਹਿਣ ਵਾਲਿਆਂ ਕੋਲੋਂ ਬਰਕਤਾਂ ਆਉਂਦੀਆਂ ਨੇ। 5 ਵਕਤ ਦਾ ਨਮਾਜ਼ੀ ਜਿਵੇਂ ਮੁਹੰਮਦ ਦਾ ਰੂਪ ਬਣਦਾ ਹੈ, ਜਿਹੜਾ 5 ਬਾਣੀਆਂ ਦਾ ਨਿਤਨੇਮ ਕਰੇ ਉਹ ਕਲਗੀਧਰ ਦਾ ਰੂਪ ਬਣਦਾ ਹੈ। ਉਸ ਮਹਾਂਪੁਰਸ਼ ਨੇ 101 ਜਪਜੀ 5 ਬਾਣੀਆਂ ਦੇ ਨਿਤਨੇਮ ਕਰ ਕਰਕੇ ਕਲਗੀਧਰ ਪਾਸੋਂ ਉਹ ਬਰਕਤਾਂ ਲੈ ਲਈਆਂ ਜੋ ਕਲਗੀਧਰ ਦੇ ਖਜ਼ਾਨੇ ਵਿੱਚ ਸਨ। ਜਿਵੇਂ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਨਾਲ 10 ਲੱਖ ਚੋਂ ਲੱਖਾਂ ਲੋਥਾਂ ਕਲਗੀਧਰ ਨੇ ਵਿਛਾ ਦਿੱਤੀਆਂ। 19 ਸਿੰਘ ਲੈ ਕੇ ਇਸ ਜਰਨੈਲ ਨੇ 1.5 ਲੱਖ ਦੇ ਘੇਰੇ ਅੰਦਰ ਜਦੋਂ ਲੋਥਾਂ ਦੀ ਗਿਣਤੀ ਹੋਈ
ट्रकों की गिणती हुई तो 32,000 लोथ उत्थे सरकारी बशिंदियां की निकली है, जिहड़ी उस जरनैल ने मिट्टी च मिलाई हुई सी। ऐसियां उत्थे शहादतां होईयां सन। ते फिर जिहड़ा अपना सब कुछ साडे लई वार गया होवे, जे कंधां तो फोटोआं उहदियां पाड़ भी दओगे ते दिल विच कित्थों पढ़ोगे? इत्थे ते है, पर वेखो ਉਹਦੇ शान विच कोई खिलाफ बोले तो सिंह कित्थे जरदा है। एक कागज की फोटो लथी भी सिंह नहीं जरदा उस जरनैल की। एडा सिखां नूं प्यार है उस महापुरुष दे नाल। ठीक है, फोटोआं पाड़ियां गईयां, ਸਿੰਘਾਂ ने संघर्ष अपना कीता, शांतमई संघर्ष कीता। इन्हां खदेड़न लई खालसिਆਂ नूं ਸਿੰਘਾਂ नूं गोलियां चलाईयां, अथरू गैस के गोले सुटे और इन्हां गोलियां चों एक गोली भाई जसजीत सिंह दे सिर विच लगी ते शहादत दी अवधि नूं मान गया। क्यों तुहाडे इलाके विच शहीदां दी कतार बड़ी लंमी है, पर मैं उस भाई जसजीत सिंह दा परिवार भी देखिया। इसे तरह ही भाई इंद्रजीत सिंह दे परिवार तो तुसीं जाणू होगे। इन्हां ने उस घड़ी दे विच फकर महसूस कीता है। ये नहीं भी कोई हौसला हार गए, भी साडा रब वैरी हो गया जां साडा कोई नुकसान हो गया। ये जानते ने मावां दे पुत दुनिया ते बड़े ने, मेरे वांगू कईयां ने मंजे ते पिया नहीं रह जाना है, पर जिन्हां कौम लई सिर दिता है। बरसियां समागम दुनिया दे हर कोने विच उन्हां दे मनाए जांदे ने, वडियाई उन्हां दी रहनी है। और ये फलसफा सानू कलगीधर कोलों मिलिया है। उत्थों असीं सिੱਖੇ हैं भी कौम लई सब कुछ भी वार जाइए ते फिर भी रब नूं मित्र प्यारा ही आखना है, क्योंकि जिहड़े आपा वार जान याद उन्हां दी रहिंदी है। जिहड़े बाहां खड़ियां कर गए उन्हां बारे भी साफ लिखिया है, जयकार कियो धर्मियों का जिन्हां सिर वारे। ते जिहड़े बाहां खड़ियां करके भावें वो 84 है ते भावें होर मोर्चे ने बाहर आ गए, पापी कहो डंड दिओ, उन्हां नूं लानतां ही रहणियां ने। पर कलगीधर पातशाह दा जिहड़ा खालसा है, बड़े तूफान आए। किते असीं 1500 ही रह गए सी गरजा सिंह बोता सिंह वेले, अज करोड़ां च हो गए हैं। मैं ढंडी कला च जाण दी लोड़ नहीं भी सानू आ लैके बह गया ਉਹ लैके बह गया। मैं शुरू ही इत्थों होया सी भी ये सिੱਖੀ ਦਾ बूटा लहू पा के सिंचिया है कलगीधर ने। ये ना पुट्टिया ही जाना ते ना सुकना ही है। इनू पुट्टण वाले बीबी इंदिरा वर्गे पुट्टे गए, औरंगजेब वर्गे पुट्टे गए, ये कदे पुट्टिया नहीं जाता। ऐसे बूटे नूं हरियां भरियां करन लई अज भी शहादतां हो रहीआं ने, पिछले समय दरम्यान भी शहादतां होईआं ने। इन्नी क हाज़री दास दी प्रवान करिओ, भुल चुक दी खिमा। समूह परिवारां दा धन्नवाद। और एक बेनती भाई साहब सैकटरी साहब ने भी हुक्म कीता सी, मैं कह देवां, वेखो जिन्नियां भी बाबा जरनैल सिंह कोल बरकतां ने, ये पूरे गुरु दे लड़ लग के मिलियां ने। वैसे तो मैं इहदे ते काफ़ी प्रोग्रामां विच जिक्र कर ही चुके हैं, पर हुक्म होया सी इन्हां दा, मैं एक बार फिर कह देवां, पूरे गुरु दे लड़ ला के ये बरकतां मिलियां ने। जिहड़ा आप लखां नाल लड़िया है, उहदे सेवक ही लखां नाल लड़ पाउंदे ने। अंदरूनी तौर ते जिहड़ा आप ज्ञान दी खड़ग लैके विकारां नूं जित्तिया है, बाहरी तौर ते उहदे सेवक ही काम क्रोध नूं जित सकदे ने। असीं ते एवें मल मूत्र दे लिफाफिਆਂ नूं गुरु बना के बह जाने हैं। साडे जहन चों काम ते उन्हें की कढना है, इहो जे आप ही काम विच 20-20 साल बज जांदे ने। इन्हां ते की 1.25 लाख नाल लड़ाउणा है, इन्हां ते की कंडियां दी सेज ते बह के रब नूं मित्र प्यारा कहना है। माड़ा जिहा सेजा तो फर्श ते लेटना पै गया ते 4 दिन कहंदे रोणों ही नहीं हटिया। ए बाबा, जिहड़ी बेड़ी डुबदी होवे ना, वो छड्ड देनी चाहिदी। ये संसार सागर दुखां दा समुंदर है, इनू लंघण लई कोई जहाज है, वाहिगुरू नाम जहाज है। गुरु ग्रंथ साहिब जिहड़े वीर भुले भटके उस रस्ते ते चले गए सन, क्योंकि ज़्यादातर श्रेणी वो है जिन्हां नूं कदे रंगरेटा गुरु का बेटा कह के सन्मानित किया गया है। हो सकता है कौम दे आगूआं कोलों, हो सकता है प्रचारकां कोलों किते कोई इस श्रेणी नाल वितकरा किया गया होवे, पर गल ध्यान नाल सुणिओ, भरा भरा लड़ पैंदे ने। बापू जदों एक होवे ना ते घर छड्ड के नहीं जाईदा।
ਕਲਗੀਧਰ ਨੇ ਇੱਕੇ ਬਾਟੇ ਵਿੱਚ ਹੀ ਤੁਹਾਨੂੰ ਅੰਮ੍ਰਿਤ ਛਕਾਇਆ, ਸਾਨੂੰ ਛਕਾਇਆ। ਉਹਨੇ ਵੰਡੀਆਂ ਖਤਮ ਕੀਤੀਆਂ। ਅਸੀਂ ਚਲੋ ਭਰਾਵਾਂ ਦੀ ਕਈ ਵਾਰ ਕੰਧ ਵੱਜ ਜਾਂਦੀ, ਵੰਡੀਆਂ ਪੈ ਜਾਂਦੀਆਂ, ਪਰ ਇਹ ਥੋੜਾ ਬਾਪੂ ਨੂੰ ਛੱਡ ਕੇ ਕਿਸੇ ਹੋਰ ਨੂੰ ਗਵਾਂਢੀਆਂ ਲਈ ਚਲੇ ਜਾਣਾ ਆਪਾਂ ਵੀ ਤੂੰ ਬਾਪੂ ਬਣ ਗਿਆ। ਉਹਨਾਂ ਵੀਰਾਂ ਨੂੰ ਬੇਨਤੀ ਹੈ, ਬਾਬਾ ਜੀਵਨ ਸਿੰਘ ਬੜੀ ਅਗੰਮੀ ਤਾਕਤ ਹੋਏ ਨੇ ਔਰ ਇਕਲੌਤਾ ਸਿੱਖ ਗੱਜਿਆ ਸੀਗਾ ਦਿੱਲੀ ਦੇ ਅੰਦਰ, ਜਿਹਨੇ ਦਿੱਲੀ ਦੀ ਪੰਥ ਦੀ ਸਿੱਖੀ ਉਦੋਂ ਰੱਖੀ ਸੀ। ਔਰ ਜਿਹੜੇ ਵੀਰ ਛੱਡ ਕੇ ਪਖੰਡੀਆਂ ਦੇ ਦਰ ਤੇ ਗਏ ਨੇ, ਵੇਖੋ ਕਿਸੇ ਦੀ ਬੰਦਗੀ ਹੈ, ਸੰਤ ਵਜੋਂ ਉਹਦਾ ਸਤਿਕਾਰ ਕਰੋ। ਰੱਬ ਦਾ ਵਾਸਤਾ ਜੇ ਦੁਨੀਆ ਤੇ ਗੁਰੂ ਗ੍ਰੰਥ ਸਾਹਿਬ ਹੈ, 10 ਦੇਹਾਂ ਗੁਰੂ ਹੋਈਆਂ ਨੇ, ਗੁਰੂ ਨਾਨਕ ਤੋਂ ਲੈ ਕੇ ਆਪ ਨਾਰਾਇਣ ਕਲਾਧਾਰ ਤੋਂ ਲੈ ਕੇ ਦਵੈਤ ਤੇ ਇੱਕ ਰੂਪ ਹੈ ਗਇਓ ਗੁਰੂ ਗੋਬਿੰਦ ਸਿੰਘ ਤੱਕ। ਪਰ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਵੀ ਕਲਯੁਗ ਵਿੱਚ ਗੁਰੂ ਬਹੁਤੇ ਹੋ ਜਾਣੇ ਨੇ, ਚੇਲੇ ਘਟ ਜਾਣੇ ਨੇ। ਇਦਾਂ ਹੀ ਹੈ, ਜਿਹਨੂੰ 4 ਬੰਦੇ ਕਥਾ ਕੀਰਤਨ ਸੁਣਦੇ ਨੇ, ਜਿਹਦਾ ਉਹ ਗੁਰੂ ਬਣ ਕੇ ਬਹਿ ਜਾਂਦਾ ਇੱਧਰਲੇ ਬੰਨੇ। ਮਹਾਰਾਜ ਨੇ ਆਖਿਆ ਨਹੀਂ, ਹੁਣ ਦੇਹ ਗੁਰੂ ਨਹੀਂ ਹੋਵੇਗੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਨਿੱਕੀ ਮੋਟੀ ਬੇੜੀ ਦੁੱਖਾਂ ਦੇ ਸਮੁੰਦਰ ਚੋਂ ਪਾਰ ਨਹੀਂ ਲਿਜਾ ਸਕਦੀ। ਵੇਖੋ ਆਪ ਡੁੱਬ ਗਈ ਜੇ, ਜਹਾਜ਼ ਤੇ ਚੜੋ, ਖੰਡੇ ਦੀ ਪੌ ਲਓ, ਗੁਰੂ ਵਾਲੇ ਬਣੋ। ਇਹ ਜਿੰਨਾ ਸਿੱਖ ਜਗਤ ਦੇ ਅੰਦਰ ਕੁਰਬਾਨੀਆਂ ਨੇ, ਸ਼ਹਾਦਤਾਂ ਨੇ, ਰਲ ਮਿਲ ਕੇ ਹੀ ਪੰਥ ਦੀ ਹਰ ਸ਼੍ਰੇਣੀ, ਹਰ ਸੰਪਰਦਾਇ ਚੋਂ ਆਈਆਂ ਨੇ। ਗੁਰੂ ਨਾਨਕ ਦੇ ਸਭਨਾਂ ਦਾ ਇੱਕੋ ਜਿਹਾ ਹੱਕ ਹੈ। ਠੀਕ ਹੈ, ਆਪਣੇ ਰੰਗ ਰੂਪ ਕਈ ਵਾਰ ਵੱਖਰੇ ਨੇ, ਕਿਉਂਕਿ ਇੱਕ ਦਰਖਤ ਨੂੰ ਇੱਕੋ ਜਿਹੇ ਫੁੱਲ ਤੇ ਫਲ ਨਹੀਂ ਲੱਗਦੇ, ਪਰ ਇਹਦਾ ਮਤਲਬ ਇਹ ਨਹੀਂ ਵੀ ਜੜ ਵੱਖਰੀ ਹੈ। ਸਾਡੀ ਜੜ ਇੱਕ ਹੈ। ਅੱਜ ਵੀ ਗੁਰੂ ਵਾਲੇ ਬਣੀਏ, ਗੁਰੂ ਦੇ ਲੜ ਲੱਗੀਏ। ਮੈਂ ਹੈਰਾਨ ਹਾਂ, ਮਾੜਾ ਜਿਹਾ ਕਿਤੇ ਜੇਲ੍ਹ ਦੀ 4 ਦੀਵਾਰੀ 'ਚ ਫਰਸ਼ ਤੇ ਲੇਟਣਾ ਪੈ ਗਿਆ ਤੇ ਰੋਣਾ ਨਾ ਰੁਕੇ, ਇਹ ਤੁਹਾਡੇ ਦੁੱਖ ਕੀ ਕਟੇਗਾ। ਆਪ ਦੁਖੀ ਸੀ, ਕਲਗੀਧਰ ਦਾ ਕੱਖ ਵੀ ਨਾ ਰਿਹਾ। ਇੱਕ ਸ਼ੇਰ ਕਹਿ ਕੇ ਫਤਿਹ ਬੁਲਾ ਦੇਵਾਂ, ਸਮਾਂ ਬਹੁਤ ਹੋ ਗਿਆ। ਕਲਗੀਧਰ ਦਾ ਕੱਖ ਵੀ ਨਾ ਰਿਹਾ, ਬਿੰਦੀ ਔਲਾਦ ਨਹੀਂ ਰਹੀ, ਬੱਚੇ ਨਹੀਂ ਰਹੇ, ਕੱਖ ਨਾ ਰਿਹਾ। ਪਰ ਉਸ ਫਾਰਸੀ ਦੇ ਆਲਮ ਨੇ ਵੇਖਿਆ ਵੀ ਅੱਜ ਰਾਤ ਰੋਵੇਗਾ। ਜਬ 1.5 घड़ी गई जिक्रे खुदा में, जब 1.5 घड़ी गई, जब 1.5 घड़ी रात गई जिक्रे खुदा में, खेमे से निकल आए हाजूर हवा में। कदमों से टहलते थे मगर दिल था दुआ में, बोले कि ऐ खुदावंद खुश हूं तेरी रजा में। वार के लाल माता वार ਦਿੱਤੀ ਗਈ ਹੈ। ਬਾਪੂ 9 ਵਰਿਆਂ ਦੀ ਉਮਰ ਵਿੱਚ ਵਾਰਿਆ ਹੈ। ਔਰ ਵੇਖੋ ਪੂਰਾ ਗੁਰੂ ਕੈਸਾ ਹੁੰਦਾ ਹੈ। ਮੈਂ ਸੋਚਿਆ ਵੀ ਅੱਜ ਉਲਾਮਾ ਦਵੇਗਾ। ਕਰਤਾਰ ਸੇ ਕਹਤੇ ਥੇ ਗੋਇਆ रूबरू होकर, कल जाऊंगा चमकौर से मैं सुरखरू होकर। ਇਹ ਕਹਿੰਦਾ ਮੇਰਾ ਬੋਝ ਲੈ ਜਾਣਾ, ਬੱਚੇ ਸ਼ਹੀਦ ਹੋ ਗਏ ਨੇ। ਇਹ ਕਹਿੰਦਾ ਮੈਂ ਸਰਬੰਸ ਦਾ ਵਾਅਦਾ ਕੀਤਾ ਹੈ ਭਾਈ ਦਇਆ ਸਿੰਘ ਨਾਲ ਵੀ ਤੇਰੇ ਸਿੱਖੀ ਦੀ ਨੀਂਹ ਮਜ਼ਬੂਤ ਕਰਨ ਲਈ ਦਇਆ ਸਿੰਘਾ ਸਾਰਾ ਹੀ ਸਰਬੰਸ ਨੀਹਾਂ ਵਿੱਚ ਪਾ ਦੇਵਾਂਗਾ ਮੈਂ। ਪੂਰਾ ਗੁਰੂ ਤੇ ਸਭ ਕੁਝ ਉੱਜੜ ਜਾਵੇ ਨੰਦਾਂ ਦੀ ਪੁਰੀ ਸਵੇਰ ਤੇ ਰੱਬ ਨੂੰ ਆ ਕੇ ਮਿੱਤਰ ਪਿਆਰਾ ਤੇ ਇਹ ਰੋਣੋਂ ਨਾ ਹਟਣਾ। ਇਹਨੂੰ ਪੁੱਛੋ ਤਤੀ ਤਵੀ ਤੇ ਬਹਿ ਸਕਦਾ ਹੈ? ਫਰਸ਼ ਤੇ ਬੈਠਾ ਨਾ ਜਾਵੇ। ਗਦੇਲਾ ਛੱਡ ਕੇ ਫਰਸ਼ ਤੇ ਸਾਡੇ ਤੋਂ ਬੈਠਾ ਨਹੀਂ ਜਾਂਦਾ। ਗੁਰੂ ਬਣਾ ਲਿਆ, ਅਸੀਂ ਤਤੀ ਤਵੀ ਤੇ ਬਹਿ ਸਕਦਾ ਹੈ? ਬੱਚਾ ਜਿਉਂਦਾ ਹੈ, ਸਾਡੇ ਵਾਲੇ ਨੇ 4 ਵਾਰੇ ਨੇ। ਹੈ ਕੋਈ ਰੂਹੇ ਜ਼ਮੀਨ ਉੱਤੇ, ਇਹਨੂੰ ਆਖੋ ਆਪਣਾ ਕੋਈ ਲਾਲ ਵਾਰ ਕੇ ਦਿਖਾਵੇ। ਗੁਰੂ 4 ਵਾਰ ਦਵੇ, ਗੁਰੂ ਤਤੀ ਤਵੀ ਤੇ ਬਹਿ ਜਾਵੇ। ਗੁਰੂ ਸੀ ਨਹੀਂ ਕਰਦਾ ਤੇ ਅਸੀਂ ਗੁਰੂ ਕਿੱਦਾਂ ਦੇ ਬਣਾ ਲਏ ਨੇ। ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਨੇ, ਕੰਪੈਰੀਜ਼ਨ ਨਹੀਂ ਹੋ ਸਕਦਾ। ਨਾ ਕਦੇ ਮੈਂ ਕਰਨ ਦੀ ਕੋਸ਼ਿਸ਼ ਹੀ ਕਰਾਂਗਾ। ਕੇਵਲ ਇੱਕ ਉਦਾਹਰਣ ਦਿੱਤੀ ਹੈ। ਕਿੱਥੇ ਉਹ ਦਿਗਰ ਰੁਤਬੇ ਵਾਲੇ ਸਾਡੇ ਗੁਰੂ, ਕਿੱਥੇ ਐਵੇਂ ਮਲ ਮੂਤਰ ਦੇ ਲਿਫਾਫੇ ਨੇ। ਰੱਬ ਦਾ ਵਾਸਤਾ ਜੇ ਬੰਦਗੀ ਵਾਲੇ ਨੂੰ ਸੰਤ ਕਹਿ ਸਕਦੇ ਹੋ, ਗੁਰੂ ਨਹੀਂ ਕਹਿਣਾ। ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਨੇ। ਪਖੰਡੀਆਂ ਤੋਂ ਦੂਰ ਰਹੀਏ। ਉਹਨਾਂ ਡੇਰਿਆਂ ਵਿੱਚ ਅਸੀਂ ਜਾਣਾ ਜਿਹੜੇ ਸੰਪਰਦਾਈ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ। ਜਿੱਥੇ ਦੇਹ ਗੁਰੂ ਬਣ ਕੇ ਬੈਠੀ ਆ, ਰੱਬ ਦਾ ਵਾਸਤਾ ਜੇ ਦੂਰ ਹੋ ਜਾਓ। ਕਾਲਾ ਭਾਂਡਾ ਹੱਥ ਲਾਗੇ ਤੇ ਔਖੇ ਹੋਗੇ, ਕਾਲਖ ਲੱਗੇਗੀ। ਭੁੱਲ ਚੁੱਕ ਦੀ ਖਿਮਾ ਜੀ, ਗੁਰੂ ਵਾਲੇ ਬਣੋ। ਸਮੂਹ ਪ੍ਰਬੰਧਕਾਂ ਦਾ ਧੰਨਵਾਦ, ਸਮੂਹ ਸੰਗਤਾਂ ਦਾ, ਸ਼ਹੀਦਾਂ ਸਤਿਪੁਰਸ਼ਾਂ ਦੇ ਪਰਿਵਾਰਾਂ ਦਾ ਧੰਨਵਾਦ। ਪਰਸੋਂ ਤੋਂ ਬੰਗਲਾ ਸਾਹਿਬ ਵਿਖੇ ਭਗਤ ਧੰਨਾ ਜੀ ਦੀ ਬਾਣੀ ਦੀ 4 ਦਿਨਾਂ ਦੀ ਵਿਆਖਿਆ ਸ਼ੁਰੂ ਹੈ ਜੀ। ਆਪਨੇ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ। ਆਓ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।